ਕਿ ਹੁਣ ਅਚਾਨਕ ਹਰਿਆਣਾ ਸਾਹਮਣੇ ਆਉਂਦਾ ਕਿ ਸਾਨੂੰ ਵੱਖਰੀ ਵਿਧਾਨ ਸਭਾ ਚਾਹੀਦੀ ਆ। ਤੇ ਵੱਖਰੀ ਵਿਧਾਨ ਸਭਾ ਕਿਉਂ ਹਰਿਆਣੇ ਨੂੰ, ਤਾਂ ਮੈਨੂੰ ਲੱਗਦਾ ਕਿ ਵੱਖਰੀ ਰਾਜਧਾਨੀ ਵੀ ਚਾਹੀਦੀ ਆ। ਕੋਈ ਗਵਰਨਮੈਂਟ ਆਫ ਇੰਡੀਆ ਤੇ ਹਰਿਆਣੇ ਦਾ ਆਪਸੀ ਤਾਲਮੇਲ ਦੇ ਨਾਲ ਇਹਨੂੰ ਪੱਕੀ ਯੂਟੀ ਬਣਾਉਣ ਦਾ ਨਾਂ ਹੈ। ਵੀ ਜਦੋਂ ਵੀ ਕੋਈ ਅੰਦਰ ਦੀ ਪ੍ਰੋਬਲਮ ਆਪਦੀ ਹੱਲ ਨਹੀਂ ਹੁੰਦੀ, ਇਹਨਾਂ ਨੂੰ ਕਮਿਊਨਲਾਈਜ਼ ਕਰ ਦਿੰਦੇ ਆ ਪੋਲਿਟਿਕਸ ਨੂੰ ਅੰਦਰ। ਉਹ ਬੜਾ ਸੌਖਾ ਹੈ, ਦੋ ਸਟੇਟਾਂ ਦੀ ਲੜਾਈ ਕਰਾ ਦਿੰਦੇ ਆ ਉਸ ਵਿੱਚ। ਔਰ ਉਹ 29 ਜਨਵਰੀ 1970 ਦਾ ਵਾਅਦਾ ਜੇਕਰ ਤੋੜਿਆ ਤਾਂ ਉਹ ਕੇਂਦਰ ਨੇ। ਇੱਕ ਪਾਸੇ ਪੰਜਾਬ ਨੂੰ ਡਿਸਟਰਬ ਕਰਨਾ ਹੈ, ਦੂਜੇ ਪਾਸੇ ਹਰਿਆਣੇ ਨੂੰ ਉਹਦੇ ਵਿਰੁੱਧ ਖੜਾ ਕਰਕੇ ਦਿੱਲੀ ਨਾਲ ਜੋੜਨਾ, ਉਸ ਪੋਲਿਟਿਕਸ ਨਾਲ ਜੋੜਨਾ। ਮਾਮਲਾ ਉਲਝਾਇਆ ਜਿਸ ਤਰੀਕੇ ਦੇ ਨਾਲ ਗਿਆ, ਇਹ ਪੋਲੀਟੀਕਲ ਸਾਜ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਨਾਰਮਲ ਤਰੀਕਾ ਨਹੀਂ। ਜਸਪਾਲ ਸਿੰਘ ਜੀ ਉਹ ਕਹਿੰਦੇ ਕਿ ਸਾਡੇ ਕੋਲ ਬਦਲੇ 'ਚ ਦੇਣ ਲਈ ਜਗ੍ਹਾ ਹੈਗੀ ਆ, ਉਹ ਅਸੀਂ 5 ਕਿੱਲੇ ਨੂੰ ਦੇ ਦਿੰਦੇ ਹਾਂ। ਸਵਾਲ ਇਹ ਹੈ ਕਿ ਜੇਕਰ ਉਹਨਾਂ ਕੋਲ ਆਪਣੀ ਜਗ੍ਹਾ ਹੈਗੀ ਆ, ਫਿਰ ਉਹ ਆਪਣੇ ਹੀ ਸੂਬੇ 'ਚ ਕਿਉਂ ਨਹੀਂ ਬਣਾਉਂਦੇ? ਸਵਾਲ ਇਹ ਹੈ ਵੀ ਲੜਾਈ ਕਰਾਉਣੀ ਹੈ ਵੀ ਪੰਜਾਬ ਹਰਿਆਣੇ ਵਿੱਚ, ਜਿਵੇਂ SYL ਉਹ ਵੀ ਲੜਾਈ ਦਾ ਮੁੱਦਾ ਜ਼ਿਆਦਾ ਸੀਗਾ। ਅੱਜ ਕੇ ਦੂਜੇ ਦੇ ਖਿਲਾਫ ਲਿਖੀ, ਮੈਂ ਤੇਰੇ ਖਿਲਾਫ ਲਿਖੂੰਗਾ, ਮੇਰੀ ਤੇ ਵੀ ਦੋਨਾਂ ਕਾਪੀ ਨੂੰ ਤੇਰੀ ਵੀ ਆ ਕਾਪੀ ਦੋਨਾਂ ਦਾ ਕੰਮ ਚੱਲਦਾ ਰਿਹਾ। ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਛੋਟੇ ਹੁੰਦਿਆਂ ਇਹ ਨਾਰਾ ਖੂਬ ਸੁਣਿਆ ਤੇ ਉਮਰ ਵੀ ਵੱਧਦੀ ਗਈ ਤੇ ਦੇਖ ਰੇਖ ਵੀ ਵੱਧਦੀ ਗਈ, ਚੰਡੀਗੜ੍ਹ ਦਾ ਜ਼ਿਕਰ ਵੀ ਵੱਧਦਾ ਗਿਆ। ਪਰ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਜਾਂ ਚੰਡੀਗੜ੍ਹ ਤੋਂ ਰਹਿੰਦਾ ਖੁੰਦਾ ਹੱਕ ਵੀ ਪੰਜਾਬ ਨੇ ਗਵਾ ਲਿਆ? ਇਹ ਅੱਜ ਦਾ ਸਵਾਲ ਵੱਡਾ ਇਸ ਲਈ ਹੋ ਗਿਆ ਕਿਉਂਕਿ ਅਜੋਕੇ ਦੌਰ ਦੇ ਵਿੱਚ ਇੱਕ ਵਾਰ ਫਿਰ ਹਰਿਆਣਾ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਚੰਡੀਗੜ੍ਹ ਤਾਂ ਸਾਡਾ ਹੀ ਹੈ ਤੇ ਕੇਂਦਰ ਉਹਦੇ ਨਾਲ ਖਲੋ ਗਿਆ, ਉਹਦੀ ਪਿੱਠ ਤੇ ਖਲੋ ਗਿਆ। ਸੋ ਚੰਡੀਗੜ੍ਹ ਨੂੰ ਲੈ ਕੇ ਸਮੇਂ-ਸਮੇਂ ਪੰਜਾਬ ਦੇ ਵਿੱਚ ਮਾਮਲਾ ਵੀ ਭਖਦਾ ਰਿਹਾ, ਮੁੱਦਾ ਵੀ ਭਖਦਾ ਰਿਹਾ, ਚਾਹੇ ਉਹ ਹਰਿਆਣਾ ਦੀਆਂ ਚੋਣਾਂ ਹੋਣ, ਚਾਹੇ ਪੰਜਾਬ ਦੀਆਂ ਚੋਣਾਂ ਹੋਣ। ਚੰਡੀਗੜ੍ਹ ਉਹਦੇ ਵਿੱਚ ਮੁੱਦਾ ਬਣ ਕੇ ਆਇਆ। SYL ਦਾ ਮੁੱਦਾ, ਪਾਣੀਆਂ ਦਾ ਮੁੱਦਾ, ਪੰਜਾਬ ਦੇ ਖਿੱਤਿਆਂ ਦਾ ਮੁੱਦਾ ਤੇ ਉਹਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮੁੱਦਾ। ਅਸਲ 'ਚ ਅੱਜ ਇਹ ਮੁੱਦਾ ਕੀ ਹੈ, ਪਰ ਇਸ ਦੇ ਪਿੱਛੇ ਦਾ ਮੁੱਦਾ ਕੀ ਹੈ, ਉਹ ਸਮਝਣ ਦੀ ਲੋੜ ਹੈ। ਇਸ ਲਈ ਇਹ ਮੁੱਦਾ ਇੰਨਾ ਗੰਭੀਰ ਹੈ ਕਿ ਇਹ ਪੰਜਾਬ ਦੀ ਹੋਂਦ ਨਾਲ ਜੁੜਿਆ, ਕਿ ਇਹ ਪੰਜਾਬ ਦੇ ਅਕੀਦੇ ਨਾਲ ਜੁੜਿਆ, ਕਿ ਪੰਜਾਬ ਦੇ ਤਾਕਤ ਨਾਲ ਜੁੜਿਆ, ਜਾਂ ਇਹਦੇ ਨਾਲ ਸੱਤਾ ਦਾ ਕੋਈ ਨਾਤਾ ਜੁੜਿਆ, ਸਿਆਸਤ ਦਾ ਕੋਈ ਅਹੁਦਾ ਜੁੜਿਆ, ਕਿ ਇਹ ਦਿੱਲੀ ਦੀ ਵਫਾਦਾਰੀ ਜੁੜੀ ਹੈ ਜਾਂ ਪੰਜਾਬ ਨਾਲ ਧੋਖਾ ਜੁੜਿਆ। ਸੋ ਇਹ ਸਾਰੇ ਪਹਿਲੂ ਧਿਆਨ ਮੰਗਦੇ ਨੇ, ਚਰਚਾ ਮੰਗਦੇ ਨੇ। ਇਸ ਲਈ ਪੰਜਾਬ ਟੈਲੀਵਿਜ਼ਨ ਤੇ ਅਸੀਂ ਚੰਡੀਗੜ੍ਹ ਦੇ ਮਸਲੇ ਤੇ ਹਰ ਪਹਿਲੂ ਨੂੰ ਬਾਚਣ ਦੇ ਲਈ ਚਰਚਾ ਲੈ ਕੇ ਹਾਜ਼ਰ ਹਾਂ ਤੇ ਉਸ ਦੇ ਉੱਤੇ ਚਰਚਾ ਕਰਨ ਲਈ ਮੇਰੇ ਤੋਂ ਵੀ ਵੱਧ ਇਸ ਉਮਰ ਹੰਢਾ ਚੁੱਕੇ ਤੇ ਤਜਰਬਾ ਹੰਢਾ ਚੁੱਕੇ ਤੇ ਸਾਰੀਆਂ ਸਰਕਾਰਾਂ ਦੀ ਨੀਤ ਤੇ ਨੀਤੀ ਦੇਖ ਚੁੱਕੇ ਦੋ ਸੀਨੀਅਰ ਪੱਤਰਕਾਰ ਮੇਰੇ ਨਾਲ ਨੇ, ਹਮੀਰ ਸਿੰਘ ਜੀ ਤੇ ਜਸਪਾਲ ਸਿੰਘ ਜੀ। ਦੋਵਾਂ ਦਾ ਮੈਂ ਸਵਾਗਤ ਕਰਦਾ। ਬਹੁਤ ਬਹੁਤ ਸਵਾਗਤ ਹੈ ਭਾਜੀ। ਹਮੀਰ ਸਿੰਘ ਭਾਜੀ, ਮੈਂ ਤੁਹਾਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ। ਮੈਂ ਪਹਿਲਾਂ ਹੋਣ ਵਾਲੇ ਮੁੱਦੇ ਤੇ ਆਉਣਾ ਕਿ ਹੁਣ ਅਚਾਨਕ ਹਰਿਆਣਾ ਸਾਹਮਣੇ ਆਉਂਦਾ ਕਿ ਸਾਨੂੰ ਵੱਖਰੀ ਵਿਧਾਨ ਸਭਾ ਚਾਹੀਦੀ ਆ। ਤੇ ਵੱਖਰੀ ਵਿਧਾਨ ਸਭਾ ਕਿਉਂ ਹਰਿਆਣੇ ਨੂੰ, ਤਾਂ ਮੈਨੂੰ ਲੱਗਦਾ ਕਿ ਵੱਖਰੀ ਰਾਜਧਾਨੀ ਵੀ ਚਾਹੀਦੀ ਆ। ਹਰਿਆਣਾ ਨੂੰ ਤਾਂ ਆਪਣੀ ਹਾਈ ਕੋਰਟ ਵੀ ਵੱਖਰੀ ਚਾਹੀਦੀ ਆ ਤੇ ਉਹ ਹਰਿਆਣੇ ਦੇ ਵਿੱਚ ਹੋਣੀ ਚਾਹੀਦੀ ਆ। ਪਰ ਉਹ ਕਹਿੰਦੇ ਚੰਡੀਗੜ੍ਹ 'ਚ ਸਾਨੂੰ ਵੱਖਰੀ ਵਿਧਾਨ ਸਭਾ ਚਾਹੀਦੀ ਆ ਤੇ ਉਸ ਗੱਲ ਦੇ ਉੱਤੇ ਵਿਰੋਧ ਪ੍ਰਗਟਾਉਣਾ ਸੀ ਜਾਂ ਸਰਕਾਰ ਨੇ ਇਹ ਕਹਿਣਾ ਸੀ ਕਿ ਪੰਜਾਬ ਸਰਕਾਰ ਕਹਿੰਦੀ ਸਾਨੂੰ ਵੀ ਵੱਖਰੀ ਵਿਧਾਨ ਸਭਾ ਦੇ ਦਿਓ। ਤੇ ਦੂਜੇ ਲੀਡਰ ਅੱਜ ਦੂਜੀਆਂ ਪਾਰਟੀਆਂ ਜਿਹੜੀ ਬੋਲ ਰਹੀਆਂ ਨੇ ਉਹ ਬਿਆਨਬਾਜ਼ੀ ਕੀ ਪੰਜਾਬ ਹਿੱਤਾਂ ਲਈ ਆ। ਜੇ ਪੰਜਾਬ ਹਿੱਤਾਂ ਲਈ ਆ ਤਾਂ ਜਦੋਂ ਸੱਤਾ ਸੀ ਜਦ ਕਿਤੇ ਸੀ। ਮੈਂ ਅਜੋਕੇ ਮੁੱਦੇ ਤੋਂ ਹੀ ਗੱਲ ਸਮਝਣੀ ਚਾਹੁੰਦਾ ਕਿ ਹੁਣ ਵਾਲਾ ਮੁੱਦਾ ਕੀ ਹੈ। ਅਸਲ ਦੇ ਵਿੱਚ ਚੰਡੀਗੜ੍ਹ ਦੇ ਮਾਮਲੇ ਵਿੱਚ ਪਹਿਲਾਂ ਹਰਿਆਣੇ ਨੇ ਕਿਹਾ ਸਾਡੀ ਅਲੱਗ ਹਾਈ ਕੋਰਟ ਚਾਹੀਦੀ ਹੈ, ਸਾਨੂੰ ਉਹਦੇ ਲਈ ਵੀ ਜਗ੍ਹਾ ਚਾਹੀਦੀ ਹੈ, ਇੱਕ ਅਲੱਗ ਹਾਈ ਕੋਰਟ ਬਣਾਓ। ਫਿਰ ਬਾਰ-ਬਾਰ ਇਹ ਮੰਗ ਵਿਧਾਨ ਸਭਾ ਦੀ ਉੱਠੀ। ਸਭ ਤੋਂ ਪਹਿਲੀ ਮੰਗ ਇਹ ਰਾਜਸਥਾਨ ਦੇ ਵਿੱਚ ਉੱਠੀ ਵਿਧੀਵਤ ਰੂਪ ਦੇ ਵਿੱਚ, ਜਦੋਂ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਸੱਦੀ ਗਈ ਇੱਕ ਮੀਟਿੰਗ ਦੇ ਵਿੱਚ ਪੰਜਾਬ ਦੇ ਵੀ ਮੰਤਰੀ ਗਏ ਹੋਏ ਸੀਗੇ ਤੇ ਪੰਜਾਬ ਦੇ ਵੱਖ-ਵੱਖ ਹਰਿਆਣੇ ਦੇ ਵੀ ਗਏ ਹੋਏ ਸੀ ਤੇ ਹਰਿਆਣੇ ਨੇ ਇਹ ਆਪਣੀ ਗੱਲ ਪ੍ਰਪੋਜ਼ਲ ਰੱਖਤੀ ਕਿ ਚੰਡੀਗੜ੍ਹ ਦੇ ਵਿੱਚ ਸਾਨੂੰ 10 ਏਕੜ ਜ਼ਮੀਨ ਵੱਖਰੀ ਵਿਧਾਨ ਸਭਾ ਲਈ ਚਾਹੀਦੀ ਹੈ। ਤੇ ਉੱਥੇ ਸਾਡੇ ਪੰਜਾਬ ਗਵਰਨਮੈਂਟ ਨੇ ਸਟੈਂਡ ਇਹ ਲੈ ਲਿਆ, ਸਾਡੇ ਚੀਫ ਮਿਨਿਸਟਰ ਨੇ ਭਗਵੰਤ ਮਾਨ ਨੇ, ਉਹ ਕਹਿੰਦਾ ਸਾਨੂੰ ਵੀ ਫਿਰ ਹੋਰ ਜਗ੍ਹਾ ਚਾਹੀਦੀ ਹੈ ਨਾ। ਇਹ ਇੱਕ ਅਜੀਬ ਜੀ ਗੱਲ, ਹਾਸੋਹੀਣ ਜੀ ਗੱਲ ਬਣ ਗਈ ਉਸ ਮਾਮਲੇ ਦੇ ਵਿੱਚ। ਇਹਦੇ 'ਚ ਲੋਕਾਂ ਨੂੰ ਇਹ ਲੱਗਣ ਲੱਗੇ ਸਾਨੂੰ ਕਾਹਦੇ ਲਈ ਚਾਹੀਦੀ ਹੈ, ਸਾਡਾ ਤਾਂ ਚੰਡੀਗੜ੍ਹ ਹੈ। ਬਲਕਿ ਕੀ ਚੰਡੀਗੜ੍ਹ ਕੋਈ ਗਵਰਨਮੈਂਟ ਆਫ ਇੰਡੀਆ ਤੇ ਹਰਿਆਣੇ ਦਾ ਆਪਸੀ ਤਾਲਮੇਲ ਦੇ ਨਾਲ ਇਹਨੂੰ ਪੱਕੀ ਯੂਟੀ ਬਣਾਉਣ ਦਾ ਨਾਂ ਹੈ, ਜਾਂ ਇਹ ਪੰਜਾਬ ਦੇ ਕਲੇਮ ਨੂੰ, ਪੰਜਾਬ ਦੇ ਦਾਅਵੇ ਨੂੰ ਰੱਦ ਕਰਨ ਦੇ ਪਿੱਛੇ ਦੀ ਇੱਕ ਚਾਲ ਉਸ ਲੈਵਲ ਦੀ ਹੈ, ਜਾਂ ਪੰਜਾਬ ਦੀ ਇੱਕ ਵੀਕਨੈਸ ਲੱਗਦੀ ਹੈ, ਕਮਜ਼ੋਰੀ ਹੈ ਵੀ ਹੁਣ ਸ਼ਾਇਦ ਉਹ ਇਸ ਲੈਵਲ ਤੇ ਕੋਈ ਗੱਲ ਨਾ ਕਰ ਸਕੇ। ਪਰ ਉਹ ਸਟੈਂਡ ਬੜਾ ਕਮਜ਼ੋਰ ਸੀ। ਉਸ ਸਟੈਂਡ ਦੇ ਉੱਤੇ ਬਾਅਦ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਥੋੜੀ ਜਿਹੀ ਨਮੋਸੀ ਵੀ ਝੱਲਣੀ ਪਈ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਹੜਾ ਦੇਖਤੀ ਕਿਸੇ ਨੂੰ, ਅਸੀਂ ਤਾਂ ਕਿਹਾ ਹੀ ਆ ਕਿ ਸਾਨੂੰ ਵੀ ਚਾਹੀਦੀ ਹੈ ਜਾਂ ਸਾਨੂੰ ਵੀ ਚਾਹੀਦੀ ਹੈ। ਪਰ ਸਵਾਲ ਸਭ ਤੋਂ ਬੜਾ ਇਹ ਹੈ ਕਿ ਹਰਿਆਣਾ ਕਿਉਂ ਮੰਗ ਰਿਹਾ ਵਿਧਾਨ ਸਭਾ, ਔਰ ਜੇ ਵਿਧਾਨ ਸਭਾ ਉਹਨੇ ਬਣਾਉਣੀ ਹੈ, ਆ ਨਾਲ ਵੱਡਾ ਪੰਚਕੂਲਾ ਵੀ ਠੀਕ ਠਾਕ ਸ਼ਹਿਰ ਹੈ ਤੇ ਹੋਰ ਵੀ ਜਿੱਥੇ ਮਰਜੀ ਬਣਾ ਲੇ। ਇਦੋਂ ਪਹਿਲਾਂ ਤੋਂ ਹੀ ਲਗਾਤਾਰ ਇੱਕ ਕਲੇਮ ਕੀਤਾ ਜਾਂਦਾ ਰਿਹਾ ਓਵਰਆਲ ਦੇਸ਼ ਦੇ ਵਿੱਚ ਜਿੰਨੇ ਵੀ ਸੂਬੇ ਵੰਡੇ ਗਏ ਦੇਸ਼ ਦੇ ਵਿੱਚ ਵੱਖ-ਵੱਖ ਮਾਮਲਿਆਂ ਦੇ ਵਿੱਚ,
ਤਾਂ ਜਿਹੜਾ ਪੇਰੈਂਟ ਸਟੇਟ ਜਿਹਨੂੰ ਆਪਾਂ ਕਹਿੰਦੇ ਆ ਵੀ ਜਿਹਦੇ ਲਈ ਉਹ ਰਾਜਧਾਨੀ ਪਹਿਲਾਂ ਬਣੀ ਸੀਗੀ, ਜਾਂ ਜਿਹਦੇ ਇਲਾਕੇ ਚੋਂ, ਜਿਹਦੇ ਸੱਭਿਆਚਾਰ ਨਾਲੋਂ ਜੁੜੀ ਜਾਂ ਬਾਕੀ ਦੀਆਂ ਚੀਜ਼ਾਂ ਨੇ, ਉਹ ਰਾਜਧਾਨੀ ਉਹਨੂੰ ਚਲੀ ਗਈ ਹੈ। ਜਿਵੇਂ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦਾ ਹੁਣੇ ਹੈਦਰਾਬਾਦ ਦੇ ਮਾਮਲੇ ਦੇ ਵਿੱਚ ਤਾਜੀ ਉਦਾਹਰਨ ਹੈ, ਤੇ ਉਹ ਤੇਲੰਗਾਨਾ ਨੂੰ ਦੇ ਦਿੱਤੀ ਗਈ ਹੈਦਰਾਬਾਦ, ਤੇ ਉਹਨੂੰ ਰਾਜਧਾਨੀ ਬਣਾਉਣ ਲਈ ਹੋਰ ਆਪਣੀ ਇੱਕ ਜਗ੍ਹਾ ਕਿਤੇ ਦੇ ਦਿੱਤੀ ਗਈ। ਪਰ ਇਹ ਹੁਣ ਮੇਰਾ ਖਿਆਲ ਹੈ ਮਾਮਲਾ, ਕਿਉਂਕਿ ਕ੍ਰਾਈਸਿਸ ਬਹੁਤ ਵੱਡੇ ਆ ਰਹੇ ਨੇ, ਸੰਕਟ ਦੇਖੋ, ਰੁਜ਼ਗਾਰ ਦਾ ਵੀ ਸੰਕਟ ਹੈ, ਪੂਰੀ ਕੇਂਦਰ ਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੀ ਸੀ, ਉਹ ਵੀ ਸੰਕਟ ਹੈ। ਤੀਜਾ ਜਿਹੜਾ ਭਾਈ ਇੱਕ ਘੱਟ ਗਿਣਤੀਆਂ ਤੇ ਵਿੱਚ ਬੇਚੈਨੀ ਦਾ ਸਵਾਲ ਹੈ, ਉਹ ਸਾਰੀਆਂ ਚੀਜ਼ਾਂ ਆਲਰੇਡੀ ਸਾਰੇ ਕਿਤੇ ਐਗਜ਼ਿਸਟ ਕਰਦੀਆਂ ਨੇ। ਅਰਥ ਵਿਵਸਥਾ ਡਾਊਨ ਜਾ ਰਹੀ ਹੈ, ਡਾਲਰ ਦੀ ਕੀਮਤ ਦੇ ਲਿਹਾਜ਼ ਨਾਲ ਰੁਪਈਆ ਡਾਊਨ ਲਗਾਤਾਰ ਜਾ ਰਿਹਾ। ਇਹਨਾਂ ਹਾਲਾਤਾਂ 'ਚ ਤਾਂ ਕੀ ਇਹੋ ਜਿਹੇ ਸੋਚੇ ਬਾਰ-ਬਾਰ ਛੱਡ ਕੇ, ਭਾਵੇਂ ਉਹ ਪ੍ਰੈਕਟੀਕਲ ਨਹੀਂ ਵੀ ਹੋਏਗਾ ਉਸ ਪੱਧਰ ਦੇ ਉੱਤੇ, ਪਰ ਬਾਰ-ਬਾਰ ਉਹ ਚੀਜ਼ਾਂ ਛੱਡ ਕੇ ਇਹੋ ਜਿਹਾ ਸਗੂਫਾ ਉੱਤੇ ਡਿਬੇਟ ਕੇਂਦਰਿਤ ਕਰਨ ਦਾ ਸਵਾਲ ਹੈ, ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਨੇ, ਔਰ ਉਹ ਕੇਂਦਰਿਤ ਜਦੋਂ ਹੁੰਦੀਆਂ ਨੇ ਤਾਂ ਇੱਕ ਨਵਾਂ ਮੁੱਦਾ ਬਣ ਜਾਂਦਾ, ਬਾਕੀ ਮੁੱਦੇ ਫਿਰ ਕਿਤੇ ਸਾਈਡ ਤੇ ਰਹਿ ਜਾਂਦੇ ਨੇ। ਇਹ ਗੱਲ ਬੜੀ ਕਲੀਅਰ ਹੈ ਕਿ ਹਰਿਆਣੇ ਦੀ ਇਹ ਮੰਗ ਤੇ ਕੇਂਦਰ ਸਰਕਾਰ ਵੱਲੋਂ ਉਹਨੂੰ ਇੱਕ ਹੱਦ ਤੱਕ ਇਸ਼ਾਰਾ ਦੇਣਾ, ਅਹਿਮੀਅਤ ਦੇਣਾ ਕਿ ਹਾਂ ਇਹ ਠੀਕ ਹੈ, ਇਹ ਕਿਸੇ ਵੀ ਇਨਸਾਫ ਦੇ ਮਤਲਬ ਤਰਾਜੂ ਦੇ ਮੁਤਾਬਕ ਇਹ ਪੂਰੀ ਨਹੀਂ ਉਤਰਦੀ ਕਿਸੇ ਵੀ ਮਾਮਲੇ 'ਚ, ਨਾ ਹਿਸਟੋਰੀਕਲ ਬੈਕਗਰਾਉਂਡ ਤੋਂ, ਨਾ ਸਿਆਸੀ ਪੱਖ ਤੋਂ, ਨਾ ਸੱਭਿਆਚਾਰਕ, ਨਾ ਬੋਲੀ, ਨਾ ਕਿਸੇ ਵੀ ਮਾਮਲੇ ਤੇ ਇਹ ਗੱਲ ਮਤਲਬ ਇਨਸਾਫ ਦੀ ਕਸਵੱਟੀ ਤੇ ਨਹੀਂ ਪੂਰੀ ਉਤਰਦੀ। ਔਰ ਹਮੇਸ਼ਾ ਹੀ ਪੰਜਾਬ ਨੂੰ ਇਤਰਾਜ਼ ਕੇਂਦਰ ਦੇ ਖਿਲਾਫ ਰਿਹਾ ਕਿ ਉਹਨੇ ਸਾਡੇ ਖਿਲਾਫ ਇਹਨਾਂ ਮਾਮਲਿਆਂ ਦੇ ਵਿੱਚ ਕੰਮ ਕੀਤਾ, ਔਰ ਅੱਜ ਫੇਰ ਇੱਕ ਨਵਾਂ, ਪਹਿਲਾਂ ਤਾਂ ਕਾਂਗਰਸ ਦੇ ਦੋਸ਼ ਲਾਉਂਦੇ ਹੁੰਦੇ ਸੀ, ਹੁਣ ਤਾਂ ਬੀਜੇਪੀ ਹੈ ਨਾ ਦੋਨੋਂ ਥਾਂ ਤੇ, ਹਰਿਆਣੇ ਤੇ ਉੱਪਰ ਵੀ, ਤੇ ਉਹਦਾ ਵੀ ਚਾਲ ਚੱਲਣ ਜੇਕਰ ਜਾਂ ਉਹਦੀ ਅਪਰੋਚ ਇਹੀ ਹੈ ਤਾਂ ਇੱਕ ਬੜਾ ਵੱਡਾ ਮਾਮਲਾ ਹੈ। ਔਰ ਪੰਜਾਬ ਦੀਆਂ ਬਾਕੀ ਪਾਰਟੀਆਂ ਨੇ ਸਾਰੀਆਂ ਨੇ ਇਹਦੇ ਤੇ ਵਿਰੋਧ ਵੀ ਕੀਤਾ, ਤੇ ਇੱਕ ਨਵੀਂ ਡਿਬੇਟ ਸਾਡੇ ਸਾਹਮਣੇ ਲਿਆ ਧਰੀ ਹੈ। ਅਮੀਰਪਾਲ ਜੀ, ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ, ਤੇ ਇਤਿਹਾਸ ਦੀਆਂ ਕਿਤਾਬਾਂ ਜਾਂ ਇਤਿਹਾਸ ਨੂੰ ਬਹੁਤ ਨੇੜੇ ਤੋਂ ਜਸਪਾਲ ਸਿੰਘ ਜੀ ਹੋਰਾਂ ਨੇ ਬੜਾ ਕਾਇਦੇ ਨਾਲ ਪੜ੍ਹਿਆ ਵੀ ਹੈ, ਵਾਚਿਆ ਵੀ ਹੈ ਤੇ ਦੇਖਿਆ ਵੀ ਹੈ। ਸੋ ਇਸ ਲਈ ਮੈਂ ਉਹਨਾਂ ਤੋਂ ਜਾਣਨਾ ਚਾਹੁੰਦਾ ਕਿ ਕਹਿੰਦੇ ਕਿ ਹਰਿਆਣਾ ਕਹਿੰਦਾ ਕਿ ਅਸੀਂ ਥਾਂ ਲੱਭ ਲਈ ਆ, ਤੇ ਥਾਂ ਵੀ ਕਮਾਲ ਦੀ ਲੱਭੀ ਹੈ। ਕਹਿੰਦੇ ਰੇਲਵੇ ਸਟੇਸ਼ਨ ਤੇ ਜਿਹੜਾ IT ਪਾਰਕ ਹੈ ਉਹਦੇ ਕੋਲ ਹੈ, ਨਾਲ ਕਲਾਗ੍ਰਾਮ ਹੈ, ਤੇ ਪੰਚਕੂਲੇ ਦੇ ਐਂਟਰੀ ਪੁਆਇੰਟ ਤੇ ਜਿਵੇਂ ਕੜੇ ਹੋਏ ਦੁੱਧ ਦੇ ਉੱਤੇ ਮਲਾਈ ਦਾ ਟਿੱਕਾ ਆਇਆ ਹੋਵੇ, ਉਹੋ ਜਿਹੇ ਟਿੱਕੇ ਵਰਗੀ ਥਾਂ ਚੰਡੀਗੜ੍ਹ 'ਚ ਚਾਹੀਦੀ ਹੈ। ਤੇ ਕਹਿੰਦੇ ਸਾਡੇ ਕੋਲ ਬਦਲੇ 'ਚ ਦੇਣ ਲਈ, ਡਾਕਟਰ ਸਾਹਿਬ ਕਹਿੰਦੇ ਕਿ ਜਸਪਾਲ ਸਿੰਘ ਜੀ ਉਹ ਕਹਿੰਦੇ ਕਿ ਸਾਡੇ ਕੋਲ ਬਦਲੇ 'ਚ ਦੇਣ ਲਈ ਜਗ੍ਹਾ ਹੈਗੀ ਆ, ਉਹ ਅਸੀਂ ਪੰਚਕੂਲੇ ਨੂੰ ਦੇ ਦਿੰਦੇ ਹਾਂ। ਸਵਾਲ ਇਹ ਹੈ ਕਿ ਜੇਕਰ ਉਹਨਾਂ ਕੋਲ ਆਪਣੀ ਜਗ੍ਹਾ ਹੈਗੀ ਆ, ਫਿਰ ਉਹ ਆਪਣੇ ਹੀ ਸੂਬੇ 'ਚ ਕਿਉਂ ਨਹੀਂ ਬਣਾਉਂਦੇ? ਕਿਉਂਕਿ ਸੰਵਿਧਾਨ ਵੀ ਇਹੀ ਕਹਿੰਦਾ ਕਿ ਜਿਹੜੀ ਨਵੀਂ ਰਾਜਧਾਨੀ ਬਣਦੀ ਹੈ, ਕੋਈ ਨਵਾਂ ਸੂਬਾ ਬਣਦਾ, ਉਹਨੇ ਆਪਣੀ ਨਵੀਂ ਰਾਜਧਾਨੀ ਬਣਾਉਣੀ ਹੈ। ਸੋ ਹਰਿਆਣਾ ਹੁਣ ਤੱਕ ਚੰਡੀਗੜ੍ਹ ਦੇ ਵਿੱਚ ਕਿਰਾਏਦਾਰ ਬਣ ਕੇ ਸੀ, ਕੀ ਹੁਣ ਉਹ ਮਾਲਕ ਬਣਦੀ, ਮਤਲਬ ਕਿ ਉਸ ਤੋਂ ਬਾਅਦ ਵੱਧ ਰਿਹਾ ਕਿ ਮੈਂ ਮਾਲਕੇ ਬਣ ਜਾਵਾਂ ਇਸ ਚੰਡੀਗੜ੍ਹ ਦਾ? ਕੀ ਇਹਦੇ ਪਿੱਛੇ ਮੰਸ਼ਾ? ਵੇਖੋ, ਵੈਸੇ ਤਾਂ ਇਹ ਮਾਲਕ ਬਣਨ ਦੀ ਗੱਲ ਹੀ ਲੱਗਦੀ ਹੈ, ਆਪਦਾ ਉਹਨਾਂ ਨੇ ਹੱਕ ਜਤਾਉਣਾ। ਤੇ ਇਹਦੇ ਚੰਡੀਗੜ੍ਹ ਬਾਰੇ ਪਹਿਲੀ ਗੱਲ ਤਾਂ ਜੇ ਅਸੀਂ ਸਾਰੀ ਇਹਦੀ ਹਿਸਟਰੀ ਜਾਈਏ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਪੇਰੈਂਟ ਸੂਬਾ ਹੈ, ਇਹਨੂੰ ਰਾਜਧਾਨੀ ਛੱਡੀ ਜਾਣੀ ਚਾਹੀਦੀ ਹੈ। ਪਿਛਲੀ ਹਿਸਟਰੀ ਤੋਂ ਲਾਹੌਰ ਛੱਡ ਕੇ ਇੱਥੇ ਸ਼ਿਮਲੇ ਟੈਂਪਰੇਰੀ ਬਣੀ ਸੀ, ਉਦੋਂ ਪਿੱਛੋਂ ਚੰਡੀਗੜ੍ਹ ਸਪੈਸ਼ਲ ਪੰਜਾਬ ਦੀ ਰਾਜਧਾਨੀ ਲੈਵਲ ਤੇ ਸਿਲੈਕਟ ਕੀਤਾ ਗਿਆ ਏਰੀਆ, ਰਾਜਧਾਨੀ ਖੜੀ ਕੀਤੀ ਗਈ। ਰਾਜਧਾਨੀ ਸਮਝੋ 52 'ਚ ਇਹ ਸ਼ੁਰੂ ਹੋਈ, ਤਾਂ ਉਦੋਂ ਪਿੱਛੋਂ 66 ਤੱਕ ਤਾਂ ਰਹੀ ਹੈ ਨਾ ਰਾਜਧਾਨੀ ਸਾਂਝੀ। ਤੇ ਉਦੋਂ ਪਿੱਛੋਂ ਜਿਵੇਂ ਹਮੀਰ ਸਿੰਘ ਹੋਰਾਂ ਨੇ ਕਿਹਾ ਵੀ ਉਹ ਇਹਨਾਂ ਨੂੰ ਛੱਡ ਦੇਣੀ ਚਾਹੀਦੀ ਸੀ, ਉਹਦਾ ਹਰਿਆਣਾ ਆਪਣੀ ਹੋਰ ਰਾਜਧਾਨੀ ਬਣਾ ਲੇ ਕਿਤੇ, ਤੇ ਬਣ ਜਾਣੀ ਚਾਹੀਦੀ ਹੈ। ਇਹ ਵਿੱਚ ਜਿਹੜਾ ਜਾਣ-ਬੁੱਝ ਕੇ ਕੀਤਾ ਜਾਂਦਾ ਸਾਰਾ ਕੁਛ, ਉਹਦੀ ਬਦਕਿਸਮਤੀ ਇਹ ਹੈ ਵੀ ਜਦੋਂ ਵੀ ਕੋਈ ਅੰਦਰ ਦੀ ਪ੍ਰੋਬਲਮ ਆਪਦੀ ਹੱਲ ਨਹੀਂ ਹੁੰਦੀ, ਇਹਨਾਂ ਨੂੰ ਕਮਿਊਨਲਾਈਜ਼ ਕਰ ਦਿੰਦੇ ਆ ਪੋਲੀਟਿਕਸ ਨੂੰ ਅੰਦਰ। ਉਹ ਬੜਾ ਸੌਖਾ ਹੈ, ਦੋ ਸਟੇਟਾਂ ਦੀ ਲੜਾਈ ਕਰਾ ਦਿੰਦੇ ਆ, ਉਸ ਦੀ ਡੋਮੈਸਟਿਕ ਮਸਲਾ ਖੜਾ ਕਰ ਦਿੰਦੇ ਆ। ਇਹ ਇਵੇਂ ਹੀ ਕੀਤਾ। ਮੈਨੂੰ ਇਹਦੇ ਤੇ ਸਾਰੀ ਲੱਗਦਾ ਵੀ ਕੋਈ ਵੀ ਇਹਦੇ ਪਿੱਛੇ ਲੌਜਿਕ ਹੈ ਨਹੀਂ ਹਰਿਆਣੇ 'ਚ। ਜੇ ਹਰਿਆਣੇ ਨੇ ਬਣਾਉਣੀ ਹੈ ਆਪਦੀ ਅਸੈਂਬਲੀ ਬਣਾਉਣੀ ਹੈ, ਕਿਤੇ ਉਹਦੀ ਬਿਲਡਿੰਗ ਬਣਾਉਣੀ ਹੈ, ਤਾਂ ਜੇ ਪੰਚਕੂਲੇ ਦੇ ਜਿੱਥੇ ਥਾਂ ਦਿੰਦੇ ਉੱਥੇ ਬਣਾ ਲੈਣ, ਜਾਂ ਥੋੜ੍ਹਾ ਜਿਹਾ ਇਹਦੋਂ ਪਿੱਛੇ ਬਣਾ ਲੈਣ, ਨਾਲ ਹੀ ਤਾਂ ਕਿਲੋਮੀਟਰ ਤੇ ਹਰਿਆਣਾ ਸ਼ੁਰੂ ਹੋ ਜਾਂਦਾ, ਉਦੋਂ ਪਿੱਛੋਂ ਥੋੜ੍ਹੇ। ਤੁਸੀਂ ਕਾਰਨਰ ਦੇ ਆ ਕੇ ਪੰਜਾਬ ਦੀ ਜਾਂ ਚੰਡੀਗੜ੍ਹ ਦੀ ਕਿਉਂ ਯੂਟੀ ਦੀ ਇਹ ਲੈਣ ਦੀ ਮੰਗ ਕਰਦੇ ਹੋ? ਸਵਾਲ ਇਹ ਹੈ ਵੀ ਲੜਾਈ ਕਰਾਉਣੀ ਹੈ, ਲੜਾਈ ਦੇ ਵਿੱਚ ਜਿਹੜੇ 3 ਚੀਜ਼ਾਂ ਖਾਸ ਕਰਕੇ ਹੁੰਦੀਆਂ ਵੀ ਪੰਜਾਬ ਹਰਿਆਣੇ ਵਿੱਚ, ਜਿਵੇਂ SYL ਉਹ ਵੀ ਲੜਾਈ ਦਾ ਮੁੱਦਾ ਜ਼ਿਆਦਾ ਸੀਗਾ, ਤੇ ਪਾਣੀ ਦੀ ਵੰਡ ਨਾਲੋਂ ਘੱਟ। ਪਾਣੀ ਦੇ ਉੱਤੇ ਅਵਾਰਡ ਵੀ ਸਾਰੇ ਉਹ ਦੋਨਾਂ ਸੂਬਿਆਂ ਦੇ ਵਿੱਚ ਆਪਸ ਵਿੱਚ ਦੀ ਫਰਕ ਤਰਫ। ਪੋਲੀਟਿਕਸ ਜਿਹੜੀ ਟੋਟਲ ਹੈ ਕਿ ਨਾ, ਉਹ ਧਰਮ ਦੀ ਪੋਲੀਟਿਕਸ ਨੂੰ, ਕਮਿਊਨਲ ਪੋਲੀਟਿਕਸ ਨੂੰ ਖੜਾ ਕਰਕੇ ਇਹ ਜਿਹੜੀ ਇਸ ਤਰੀਕੇ ਦੀ ਵੰਡ ਕਰਨੀ ਆ, ਪੋਲਰਾਈਜੇਸ਼ਨ ਕਰਨੀ ਆ ਸੋਸਾਇਟੀ, ਉਹਦੇ ਉੱਤੇ ਲਗਾਤਾਰ ਕਰ ਰਿਹਾ ਡਿਵਾਈਡ ਐਂਡ ਰੂਲ ਵਾਲਾ। ਉਹੀ ਸਿਸਟਮ ਲੱਗਦਾ ਮੈਨੂੰ 2024 ਦੀਆਂ ਇਲੈਕਸ਼ਨ ਆ ਰਹੀਆਂ, ਹਰਿਆਣੇ ਦੀਆਂ ਆ ਰਹੀਆਂ ਔਰ ਲੋਕ ਸਭਾ ਦੀਆਂ ਆ ਰਹੀਆਂ।
ਉਹਦੇ ਲਈ ਇਹ ਗਰਾਊਂਡ ਤਿਆਰ ਕਰ ਰਹੇ ਆ। ਕੋਈ ਨਾ ਕੋਈ ਮੁੱਦਾ ਲੱਭ ਲੈਂਦੇ ਆ, ਇਹ ਬੜੀ ਬਦਕਿਸਮਤੀ ਹੈ ਕਿ ਹੋਰ ਮੁੱਦਾ ਇੰਨਾ ਇਮੋਸ਼ਨਲ ਮਿਲਦਾ ਨਹੀਂ, ਕੋਈ ਹੋਰ ਇਮੋਸ਼ਨਲ ਲੱਭ ਲਿਆ ਜਾਂਦਾ। ਤੇ ਇਸ ਕਰਕੇ ਇਹ ਜਾਣਬੁੱਝ ਕੇ ਖੜਾ ਕੀਤਾ ਮਸਲਾ। ਪੋਲੀਟਿਕਸ ਇਹਦੇ ਪਿੱਛੇ ਹੈ, ਇਹਦੇ ਪਿੱਛੇ ਕੋਈ ਜੈਨੂਇਨ ਗੱਲਬਾਤ ਨਹੀਂ ਹੈ ਵੀ ਇਸ ਤਰੀਕੇ ਨਾਲ, ਜਾਂ ਹੋ ਸਕਦਾ ਉੱਥੇ ਕਿਸੇ ਕੋਈ ਬਿਲਡਰਾਂ ਦੀ ਵੀ ਚਾਂਦੀ ਚੂੰਦੀ ਮਿਲਾਉਣੀ ਹੋਵੇ, ਕੁਛ ਇਹੋ ਜਿਹਾ ਕੁਛ ਵੀ ਹੁੰਦਾ, ਉਹ ਬੜੇ ਛੋਟੇ ਹੋ ਜਾਂਦੇ ਆ ਵੱਡੇ ਮਸਲਿਆਂ ਦੇ ਮਾਮਲੇ ਵਿੱਚ। ਪੈਸੇ ਤਾਂ ਚਲੋ ਆਪਣੇ ਬੰਦਿਆਂ ਨੂੰ ਇਹ ਦਵਾਉਂਦੇ ਹੀ ਦਵਾਉਂਦੇ ਆ। ਤਾਂ ਇਸ ਕਰਕੇ ਸਾਨੂੰ ਇਹ ਜਾਣਬੁੱਝ ਕੇ ਖਿੱਤੇ ਦੇ ਵਿੱਚ ਬਦਅਮਨੀ ਖੜੀ ਕਰਨੀ, ਜਿਹਦੇ 'ਚ ਡਬਲ ਹੈ ਇਹਨਾਂ ਦੀ ਸਾਰੀ ਜਿਹੜਾ ਧਾਰ ਹੈ ਸਾਰੀ। ਇੱਕ ਪਾਸੇ ਪੰਜਾਬ ਨੂੰ ਡਿਸਟਰਬ ਕਰਨਾ ਹੈ, ਦੂਜੇ ਪਾਸੇ ਹਰਿਆਣੇ ਨੂੰ ਉਹਦੇ ਵਿਰੁੱਧ ਖੜਾ ਕਰਕੇ ਦਿੱਲੀ ਨਾਲ ਜੋੜਨਾ, ਉਸ ਪੋਲਿਟਿਕਸ ਨਾਲ ਜੋੜਨਾ। ਜਿਹੜੇ ਇਸ ਕਰਕੇ ਇਹ ਸਾਰਾ ਪੋਲੀਟੀਕਲ ਹੈ ਤੇ ਬੜਾ ਇਹ ਬਦਕਿਸਮਤੀ ਹੈ ਵੀ ਇਹ ਪੋਲੀਟਿਕਸ ਵਾਰੀ ਇਸੇ ਕਿਸਮ ਦੀ ਪੋਲੀਟਿਕਸ ਖੜੀ ਕਰ ਲਈ ਜਾਂਦੀ ਹੈ। ਤੇ ਇਹ 70 ਸਾਲ ਤੋਂ ਪਿਛਲੇ ਤੋਂ ਇਹੀ ਚੱਲ ਰਿਹਾ ਹੈ ਤੇ ਇਹ ਤਾਂ ਬੰਦ ਹੋਣਾ ਚਾਹੀਦਾ ਤੇ ਇਹਦਾ ਕੋਈ ਖਾਸ ਆਧਾਰ ਨਹੀਂ ਬਣਦਾ ਇਸ ਮੰਗ ਦਾ। ਬਿਲਕੁਲ ਜਸਪਾਲ ਸਿੰਘ ਜੀ, ਤੁਸੀਂ ਕਹਿ ਕੇ ਇਹ ਸ਼ਾਇਦ ਹੋ ਸਕਦਾ ਬਿਲਡਰਾਂ ਨੂੰ ਵੀ ਕੋਈ ਚਾਂਦੀ ਕਰਾਉਣੀ ਹੋਵੇ, ਉਹਨਾਂ ਨੂੰ ਵੀ ਕੋਈ ਨੋਟ ਵਟਾਉਣੇ ਹੋ, ਸੋ ਨੋਟ ਤਾਂ ਜੇ ਹਰਿਆਣਾ 'ਚ ਬਣਾਓਗੇ ਤਾਂ ਵੀ ਵਟ ਜਾਣਗੇ, ਉਹ ਉਹਨਾਂ ਨੂੰ ਵਟਾ ਲਓ। ਪਰ ਚੰਡੀਗੜ੍ਹ ਦੇ ਨਾਲ ਤਾਂ ਜਿਵੇਂ ਤੁਸੀਂ ਕਹਿ ਕੇ ਵੰਡ ਪਾਓ ਦੀ ਨੀਤੀ, ਕਦੇ ਧਰਮ ਦੀ ਵੰਡ, ਕਦੇ ਜਾਤ ਦੀ ਵੰਡ, ਕਦੇ ਫਿਰਕਿਆਂ ਦੀ ਵੰਡ, ਤੇ ਹੁਣ ਸੂਬਿਆਂ ਦੀ ਵੰਡ ਦਾ ਵੀ ਆ ਪਹਿਲੂ ਖੜਾ ਕਿ ਤੁਸੀਂ ਸੂਬਿਆਂ ਨੂੰ ਜਿਹੜੇ ਲੱਗਦਾ ਸੀ ਅੰਦੋਲਨ ਦੌਰਾਨ ਇਕੱਠੇ ਹੋਏ ਨੇ ਆਪਸ ਦੇ ਵਿੱਚ ਸੁਰ ਮਿਲੀ ਆ, ਉਹਨੂੰ ਇੱਕ ਵਾਰ ਫਿਰ ਤੋੜ ਕੇ 24 ਲਈ ਪ੍ਰੋਗਰਾਮ। ਪਰ ਜੇ 24 ਲਈ ਪ੍ਰੋਗਰਾਮ ਹਰਮੀਤ ਸਿੰਘ ਭਾਜੀ, ਤਾਂ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਇਸ ਪਹਿਲੂ ਦੇ ਉੱਤੇ ਕਿ ਅੱਜ ਕਾਂਗਰਸ ਵੀ ਬੋਲ ਰਹੀ ਹੈ ਕਿ ਚੰਡੀਗੜ੍ਹ ਸਾਡਾ ਹੈ, ਅੱਜ ਅਕਾਲੀ ਵੀ ਰੌਲਾ ਪਾ ਰਹੇ ਨੇ ਕਿ ਚੰਡੀਗੜ੍ਹ ਤਾਂ ਸਾਡਾ ਹੈ, ਇਹਦੇ ਪਰ ਸਾਡਾ ਹੀ ਹੱਕ ਰਹੂਗਾ। ਇੱਥੋਂ ਤੱਕ ਕਿ ਮੈਂ ਦੇਖ ਰਿਹਾ ਪਹਿਲੀ ਵਾਰ ਸ਼ਾਇਦ ਪੰਜਾਬ ਦੀ ਬੀਜੇਪੀ ਵੀ ਬੋਲੀ, ਪਤਾ ਨਹੀਂ ਜਾਖੜ ਕਰਕੇ ਅਸ਼ਵਨੀ ਨੂੰ ਬੋਲਣਾ ਪਏਗਾ, ਉਹ ਵੀ ਬੋਲ ਪਏ ਕਿ ਹਾਂ ਚੰਡੀਗੜ੍ਹ ਤਾਂ ਸਾਡਾ ਹੈ। ਫਿਰ ਜੇ ਸਾਡਾ ਇਹ ਤਾਂ ਫਿਰ ਕੇਂਦਰ ਦੇ ਮੂਹਰੇ ਜਦੋਂ ਸਰਕਾਰ ਹੁੰਦੀ ਹੈ ਤਦ ਕਿਉਂ ਨਹੀਂ ਇਹ ਕਰ ਪਾਉਂਦੇ? ਹੁਣ ਪੰਜਾਬ ਦੀ ਚੰਡੀਗੜ੍ਹ ਦੀ ਰਾਜਧਾਨੀ ਵਜੋਂ ਹੁਣ ਇਹਨਾਂ ਨੂੰ ਹੱਕ ਕਿਉਂ ਯਾਦ ਆ ਗਿਆ? ਕਿਉਂਕਿ ਮੇਰੇ ਧਿਆਨ 'ਚ ਇੱਕ ਦੌਰ ਉਹ ਵੀ ਰਿਹਾ, ਦਿੱਲੀ 'ਚ ਮਨਮੋਹਨ ਸਿੰਘ ਹੈ, ਹਰਿਆਣੇ ਛੋਟਾ, ਤੇ ਪੰਜਾਬ ਦੇ ਵਿੱਚ ਕਹਿੰਦੇ ਕੈਪਟਨ ਅਮਰਿੰਦਰ, ਫਿਰ ਉਹ ਵੀ ਦੌਰ ਰਿਹਾ, ਦਿੱਲੀ ਦੇ ਵਿੱਚ ਵੀ ਵਾਜਪਾਈ ਵਾਲਾ ਦੌਰ, ਹਰਿਆਣੇ 'ਚ ਚਟਾਲਿਆਂ ਨਾਲ ਸਾਂਝ, ਪੰਜਾਬ 'ਚ ਬਾਦਲਾਂ ਨਾਲ ਸਾਂਝ। ਸੋ ਇਹ ਸਾਰੀ ਜਿਹੜੀ ਸਾਂਝ ਵਾਲੀਆਂ ਸਰਕਾਰਾਂ ਮਿਲ ਰਹੀਆਂ ਨੇ, ਉਸ ਦੇ ਬਾਵਜੂਦ ਵੀ ਮਸਲੇ ਹੱਲ ਕਿਉਂ ਨਹੀਂ ਹੋਏ? ਕੀ ਰਾਜਨੀਤਿਕ ਇੱਛਾ ਸ਼ਕਤੀ ਨਹੀਂ, ਜਾਂ ਇੱਕ ਦੂਸਰੇ ਦੀ ਸਰਕਾਰ ਦੇ ਸਮੇਂ ਯਾਦ ਆਉਂਦੇ ਹੁੰਦੇ ਹਨ? ਕਈ ਵਾਰ ਸਾਂਝ ਸਗੋਂ ਜਿਹੜੀ ਮਿਲ ਕੇ ਖੇਡਣ ਦਾ ਇੱਕ ਤਰੀਕਾ ਹੁੰਦਾ ਨਾ, ਉਵੇਂ ਕੰਮ ਕਰਦੀ ਹੈ, ਨਾ ਕਿ ਉਹ ਮੁੱਦੇ ਹੱਲ ਕਰਾਉਣ ਦੇ ਵੱਲ ਧਿਆਨ ਦਿੱਤਾ ਜਾਂਦਾ ਹੈ। ਉਹ ਕਹਿੰਦੇ ਫਿਕਸਡ ਮੈਚ ਜਿਹੜਾ ਕਿ ਇੱਥੇ ਤੁਸੀਂ ਚਲਾਈ ਜਾਓ, ਉੱਥੇ ਅਸੀਂ ਚਲਾਈ ਜਾਂਦੇ ਹਾਂ, ਉੱਥੇ ਅਸੀਂ ਆਪਾਂ ਮੁੱਦਾ ਕੰਟਰੋਵਰਸੀ 'ਚ ਰੱਖਦੇ ਹਾਂ ਇੱਕ ਮਾਮਲੇ ਦੇ ਵਿੱਚ। ਔਰ ਇਹ ਉਹੋ ਜਿਹੇ ਮਾਮਲੇ ਨੇ ਜਿਵੇਂ 2 ਅਖਬਾਰਾਂ ਬਾਰੇ ਪੰਜਾਬ 'ਚ ਉਹਨਾਂ ਹਾਲਾਤਾਂ ਬਾਰੇ ਕਿਹਾ ਜਾਂਦਾ ਨਾ ਵੀ ਐਡੀਟੋਰੀਅਲ ਆਪਾਂ ਲਿਖੋ, ਤੂੰ ਜੱਜ ਕੇ ਦੂਜੇ ਦੇ ਖਿਲਾਫ ਲਿਖੀ, ਮੈਂ ਤੇਰੇ ਖਿਲਾਫ ਲਿਖੂੰਗਾ, ਤੇ ਦੋਨਾਂ ਦਾ ਕੰਮ ਚੱਲਦਾ ਰਿਹਾ। ਕਹਿੰਦੇ ਨੇ ਮਤਲਬ ਉਸ ਲੈਵਲ ਦਾ ਕੰਮ ਪੋਲੀਟੀਸ਼ੀਅਨ ਤਾਂ ਉਦੋਂ ਬਾਖੂਬੀ ਖੂਬਸੂਰਤੀ ਨਾਲ ਕਰਦਾ। ਪਰ ਸਵਾਲ ਇਹ ਨਹੀਂ ਹੈ ਇਹਦੇ ਲਈ ਕੀਮਤ ਕਿੰਨੀ ਦੇਣੀ ਪੈਂਦੀ ਹੈ, ਇਹਦੇ ਲਈ ਕਿੰਨਾ ਜ਼ਿਆਦਾ ਡਿਸਟਰਬੈਂਸ ਹੁੰਦੀ ਹੈ, ਕਿੰਨੀ ਜ਼ਿਆਦਾ ਲੋਕਾਂ ਨੂੰ ਜਾਂ ਇਨਸਾਨੀਅਤ ਦੀ ਬਲੀ ਦਿੱਤੀ ਜਾਂਦੀ ਹੈ। ਈਵਨ ਪਾਰਟੀਆਂ ਨੇ ਵੀ ਆਏ ਨਹੀਂ ਕਿ ਅੱਜ ਬੋਲੀਆਂ ਨੇ। ਜੇ ਇਹਦੀ ਹਿਸਟਰੀ 'ਚ ਆਪਾਂ ਜਾਈਏ, ਮਤਲਬ 1966 'ਚ ਪੰਜਾਬ ਪੁਨਰਗਠਨ ਕਾਨੂੰਨ ਬਣਦਾ ਹੈ, ਜਿਹਦੇ ਤਹਿਤ ਹਰਿਆਣਾ ਜਾਂ ਬਾਕੀ ਦੀਆਂ ਚੀਜ਼ਾਂ ਬਣਦੀਆਂ ਨੇ ਤੇ ਨਵਾਂ ਪੰਜਾਬ ਜਿਹਨੂੰ ਕਹੋ। ਹਾਲਾਂਕਿ ਪੰਜਾਬ ਨਾਲ ਤਾਂ ਉਦੋਂ ਵੀ ਸਵਾਲ ਹੈ, ਤੁਸੀਂ ਇੱਕ ਭਾਸ਼ਾ ਨੀਤੀ ਬਣਾ ਲਈ, ਭਾਸ਼ਾ ਨੀਤੀ ਦੇ ਆਧਾਰ ਤੇ ਤੁਸੀਂ 56 ਦੇ ਵਿੱਚ ਸੂਬੇ ਰੀਆਰਗੇਨਾਈਜ਼ ਕਰਤੇ, ਪੁਨਰਗਠਨ ਕਰਤੇ। ਪੰਜਾਬ ਨੂੰ ਕਿਉਂ 10 ਸਾਲ ਸੈਂਕੜੇ ਲੋਕਾਂ ਹਜ਼ਾਰਾਂ ਨੂੰ ਜੇਲ੍ਹਾਂ 'ਚ ਜਾਣਾ ਪਿਆ? ਪੰਜਾਬੀ ਸੂਬੇ ਦਾ ਮੋਰਚਾ ਲੱਗਿਆ, ਕਿੰਨੀਆਂ ਚੀਜ਼ਾਂ ਹੋਈਆਂ, ਤਾਂ ਜਾ ਕੇ ਉਹਦੇ 'ਚ ਵੀ ਇਹ ਲੂਲਾ ਲੰਗੜਾ ਛੱਡਤਾ। ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ ਸਵਾਲ, ਪਾਣੀਆਂ ਦਾ ਸਵਾਲ ਕੇਂਦਰ ਨੇ ਆਪਣੇ ਹੱਥ 'ਚ ਲੈ ਲਿਆ, ਕੇਂਦਰੀਕਰਨ ਕਰ ਲਿਆ ਟੋਟਲੀ। ਪੰਜਾਬ ਪੁਨਰਗਠਨ ਐਕਟ ਦੇ ਆਧਾਰ ਤੇ ਹੀ ਤੁਸੀਂ ਪਾਣੀ ਆਪਣੇ ਤਰੀਕੇ ਨਾਲ ਤੇ BBMB ਦੇ ਸਾਰੇ ਪ੍ਰੋਜੈਕਟ ਤੇ ਚੰਡੀਗੜ੍ਹ ਸਭ ਕੁਝ ਆਪਣੇ ਢੰਗ ਨਾਲ ਕੰਟਰੋਲ ਕਰ ਲਿਆ। ਉਦੋਂ ਬਾਅਦ ਜਦੋਂ 1 ਨਵੰਬਰ 1966 ਨੂੰ, ਜਿਹਨੂੰ ਆਪਾਂ ਨਿਊ ਪੰਜਾਬ ਡੇ ਕਹਿੰਦੇ ਆ, ਹਰਿਆਣਾ ਦਿਵਸ ਦੇ ਤੌਰ ਤੇ ਕਹਿੰਦਾ, ਉਸ ਸਮੇਂ ਦੇ ਅਕਾਲੀ ਦਲ ਨੇ ਇਹਦਾ ਵਿਰੋਧ ਕੀਤਾ ਸੀਗਾ। ਔਰ ਸੰਤ ਫਤਿਹ ਸਿੰਘ ਨੇ ਇਹ ਗੱਲ ਕਹੀ ਸੀ ਉਸ ਸਮੇਂ ਕਿ ਜੇ ਤੁਸੀਂ ਇਹ ਫੈਸਲਾ ਨਾ ਬਦਲਿਆ, ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ ਤੇ ਪੰਜਾਬੀ ਬੋਲਦੇ ਇਲਾਕੇ ਨਾ ਦਿੱਤੇ, ਤਾਂ ਮੈਂ 16 ਦਸੰਬਰ ਤੋਂ 17 ਦਸੰਬਰ ਤੋਂ 16 ਤੱਕ ਡਿੱਕੂੰਗਾ, ਮਰਨ ਵਰਤ ਤੇ ਬੈਠ ਜਾਊਂਗਾ, ਤੇ ਫਿਰ ਮੈਂ 26 ਦਸੰਬਰ ਨੂੰ ਆਤਮਦਾਹ ਕਰ ਲੂੰਗਾ। ਉੱਥੇ ਜਾ ਕੇ ਇਹ ਸਾਰਾ ਕੁਝ ਹੋ ਗਿਆ ਸੀ ਸਾਰੇ। ਔਰ 26 ਦਸੰਬਰ ਨੂੰ ਫਿਰ ਕੀ ਹੋਇਆ, ਬਹੁਤ ਹਲਚਲ ਪੈਦਾ ਹੋ ਗਈ ਤੇ ਉੱਪਰੋਂ ਵੀ ਇਹ ਗੱਲਾਂ ਹੋਈਆਂ ਕਿ ਹੁਕਮ ਸਿੰਘ ਨੂੰ ਭੇਜਿਆ ਗਿਆ, ਉਦੋਂ ਦੇ ਸਪੀਕਰ ਸੀ ਪੰਜਾਬ ਨਾਲ ਸੰਬੰਧਿਤ। ਬਾਕੀ ਇੱਕ ਜਹਾਜ਼ ਕਹਿੰਦੇ 3 ਵਜੇ ਉਤਰਿਆ, ਆ ਕੇ ਇੱਥੇ ਆ ਕੇ ਅੰਮ੍ਰਿਤਸਰ ਦੇ ਵਿੱਚ ਗੱਲ-ਗੁੱਲ ਹੋਈ, ਉਹਦੇ 'ਚ ਪ੍ਰਧਾਨ ਮੰਤਰੀ ਨੂੰ ਸਾਲਸ ਪਾਉਣਾ ਮੰਨ ਲਿਆ, ਕਹਿੰਦੇ ਕਿ ਤੁਸੀਂ ਜਿਵੇਂ ਵੀ ਮਰਜ਼ੀ ਹੱਲ ਕਰ ਲਓਗੇ। ਇੱਕ ਵਾਰ ਇਹ ਮਾਮਲਾ ਨਿਪਟਾ ਦਿੱਤਾ ਗਿਆ, ਉਹਨਾਂ ਦਾ ਵਰਤ ਖਤਮ ਹੋ ਗਿਆ। ਫਿਰ ਜਦੋਂ ਇਹ ਮਾਮਲਾ ਚੱਲਿਆ
ਫਿਰ ਕਹਿੰਦਾ ਵੀ 67 ਦੀਆਂ ਜਨਰਲ ਚੋਣਾਂ ਹੋ ਜਾਣ ਦੋ, ਹਾਂ ਉਦੋਂ ਬਾਅਦ ਤੁਹਾਨੂੰ ਦੇ ਦਾਂਗੇ। ਹੁਣ ਪਤਾ ਨਹੀਂ ਸੰਤ ਫਤਿਹ ਸਿੰਘ ਸੱਚ ਬੋਲਦੇ ਸੀ ਜਾਂ ਹੁਕਮ ਸਿੰਘ। ਹੁਕਮ ਸਿੰਘ ਕਹਿੰਦਾ ਮੈਂ ਤਾਂ ਨਹੀਂ ਕਿਹਾ, ਪਰ ਮੇਰਾ ਨਿੱਜੀ ਵਿਚਾਰ ਸੀ। ਔਰ ਉਦੋਂ ਬਾਅਦ ਫਿਰ ਇਹਨਾਂ ਨੇ ਨਹੀਂ ਦਿੱਤਾ। ਫਿਰ 67 ਦੀਆਂ ਚੋਣਾਂ ਤੋਂ ਬਾਅਦ ਜਾ ਕੇ ਫਿਰ ਜ਼ਿਆਦਾ ਇੱਕ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ। ਫਿਰ ਉਹਨਾਂ ਨੇ ਇੱਕ ਵਰਤ ਰੱਖ ਲਿਆ 69 ਚ ਜਾ ਕੇ ਮਰਨ ਵਰਤੀ। ਫਿਰ ਸੰਤ ਫਤਿਹ ਸਿੰਘ ਨੇ ਕਿਹਾ ਕਿ 26 ਜਨਵਰੀ ਤੋਂ 1 ਫਰਵਰੀ ਤੱਕ ਮੈਂ ਮਰਨ ਵਰਤ ਰੱਖਦਾ, ਔਰ ਨਹੀਂ ਤਾਂ ਆਤਮਦਾਹ ਕਰੂੰਗਾ 1 ਫਰਵਰੀ ਨੂੰ, ਜੇਕਰ ਤੁਸੀਂ ਨਹੀਂ ਦਿੰਦੇ ਚੰਡੀਗੜ੍ਹ ਪੰਜਾਬ ਨੂੰ। ਅਕਾਲੀ ਦਲ ਦੀ ਵਰਕਿੰਗ ਕਮੇਟੀ ਇਹਦੇ ਚ ਮਤਾ ਪਾਉਂਦੀ ਆ ਉਸ ਪੱਧਰ ਦੇ ਉੱਤੇ। ਉਦੋਂ ਬਾਅਦ ਜਾ ਕੇ ਇੱਕ ਫੈਸਲਾ ਹੁੰਦਾ ਫਿਰ 29 ਜਨਵਰੀ 1970 ਨੂੰ, ਜਿਹੜਾ ਪਹਿਲਾਂ ਇੱਕ ਫੈਸਲਾ ਕਰ ਲੈਂਦੇ ਨੇ ਵੀ ਇਹਨੂੰ ਆਪਾਂ ਕਰ ਲੈਂਦੇ ਆ ਠੀਕ। ਉਹਦੇ ਚ ਚੰਡੀਗੜ੍ਹ 5 ਸਾਲਾਂ ਦੇ ਅੰਦਰ ਅੰਦਰ ਪੰਜਾਬ ਨੂੰ ਦੇਣ ਦਾ ਬਕਾਇਦਾ ਇੱਕ ਵਾਅਦਾ ਕੇਂਦਰ ਸਰਕਾਰ ਦਾ ਸੀ, ਤਾਂ ਕਿ 5 ਸਾਲਾਂ ਚ ਹਰਿਆਣਾ ਆਪਣੇ ਦਫ਼ਤਰ ਜਾਂ ਬਾਕੀ ਚੀਜ਼ਾਂ ਸ਼ਿਫਟ ਕਰ ਲੇਗਾ ਕਿਸੇ ਵੀ ਰੂਪ ਦੇ ਵਿੱਚ। ਫਿਰੋਜ਼ਪੁਰ ਦੀ ਫਾਜ਼ਿਲਕਾ ਤਹਿਸੀਲ ਦੇ ਹਿੰਦੀ ਬੋਲਣ ਵਾਲੇ ਜਿਹੜੇ ਕੁਝ ਪਿੰਡ ਨੇ ਉਹ ਦੇਣ ਦਾ, ਇਹਨਾਂ ਦਾ ਦੋਨਾਂ ਦਾ ਤਾਲਮੇਲ ਨਹੀਂ ਸੀ ਵੀ ਅੱਗੇ ਨੂੰ ਕੋਈ ਕਮਿਸ਼ਨ ਬਣਾ ਕੇ ਚਲੋ ਦੇਖ ਲਾਂਗੇ ਜਿਹੜੇ ਮਰਜ਼ੀ ਨੇ। ਔਰ ਉਹ 29 ਜਨਵਰੀ 1970 ਦਾ ਵਾਅਦਾ ਜੇਕਰ ਤੋੜਿਆ ਤਾਂ ਉਹ ਕੇਂਦਰ ਨੇ ਤੋੜਿਆ, ਔਰ ਮੁੜ ਕੇ ਦਿੱਤਾ ਹੀ ਨਹੀਂ, ਅੱਜ ਤੱਕ ਨਹੀਂ ਆਇਆ। ਇਹ ਕੋਈ ਹੋਰ ਨਹੀਂ ਕਹਿ ਰਿਹਾ, ਇਹ ਕੋਈ ਸਿੱਖ ਨਹੀਂ ਕਹਿ ਰਿਹਾ, ਕੋਈ ਅਕਾਲੀ ਨਹੀਂ ਕਹਿ ਰਿਹਾ, ਬਾਕੀ ਨਹੀਂ। ਇਹ ਪੰਡਿਤ ਮੋਹਨ ਲਾਲ ਜਿਹੜੇ ਪ੍ਰਤਾਪ ਸਿੰਘ ਕੈਰੋ ਤੋਂ ਲੈ ਕੇ ਮੰਤਰੀ ਚ ਰਹੇ, ਮੰਤਰੀਸ਼ਿਪ ਚ ਰਹੇ, ਹਮੇਸ਼ਾ ਇਹਨਾਂ ਦੇ ਨੇੜੇ ਕਿਹੜੇ ਰਹੇ ਆ, ਸਾਰੀਆਂ ਗੱਲਾਂ ਦੇ ਵਿੱਚ ਸ਼ਾਮਲ ਰਹੇ। ਪੰਜਾਬ ਦੀ ਵੰਡ ਉਹਨਾਂ ਨੇ ਕਿਤਾਬ ਲਿਖੀ ਹੋਈ ਹੈ, ਤੇ ਸਾਰਾ ਡਾਟਾ ਉਹਨਾਂ ਨੇ ਦਿੱਤਾ ਹੋਇਆ ਆਪਣੇ ਆਪ, ਕਿ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ ਕਿ ਉਦੋਂ ਵੀ ਮੁੱਕਰ ਗਏ। ਔਰ ਈਵਨ ਉਹ ਉਸੇ ਪਾਰਟੀ ਦੇ ਸੀ, ਕਾਂਗਰਸ ਦੇ, ਉਹਨੇ ਕਿਹਾ ਕੇਂਦਰ ਮੁੱਕਰ ਗਿਆ ਇਸ ਮਾਮਲੇ ਦੇ ਵਿੱਚ ਉਸ ਸਮੇਂ ਜਿਹੜਾ ਚੱਲਿਆ ਸੀ 70 ਦਾ ਬਾਅਦ। ਔਰ ਫਿਰ ਲਗਾਤਾਰ ਆਪਣੇ ਸਾਹਮਣੇ ਆ ਕਿ ਕੀ ਕੁਛ ਲਗਾਤਾਰ ਹੁੰਦਾ ਰਿਹਾ। ਫਿਰ ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ ਸਾਰੇ ਮਾਮਲਿਆਂ ਤੋਂ ਬਾਅਦ। ਹਾਲਾਂਕਿ ਇਸ ਤੋਂ ਬਾਅਦ ਤਾਂ ਨਾਰਿਆਂ ਤੇ ਵੀ ਪਾਬੰਦੀ ਲਾਤੀ। ਚੰਡੀਗੜ੍ਹ ਦਾ ਨਾਰਾ ਜਿਹੜਾ ਤੁਸੀਂ ਪਹਿਲਾਂ ਬੋਲਿਆ ਸੀ, ਫੁੱਲਾਂ ਵਿੱਚ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ, ਤੇ ਉਹਨਾਂ ਦੇ ਨਾਰੇ ਤੋੜਨ ਦੇ ਲਈ ਵੀ ਜਿਹੜਾ ਜਾਣਾ ਪਿਆ ਲੋਕਾਂ ਨੂੰ ਮਤਲਬ ਰੋਕਾਂ ਤੋੜਨ ਦੇ ਵਾਸਤੇ। ਇਸ ਤੋਂ ਬਾਅਦ ਵੀ ਰਾਜੀਵ ਲੌਂਗੋਵਾਲ ਸਮਝੌਤੇ 'ਚ ਵੀ ਇਹ ਤੈਅ ਕੀਤਾ ਗਿਆ ਕਿ ਹਾਲਾਂਕਿ ਉਹਦੇ ਤੇ ਬਹੁਤ ਗੱਲਾਂ ਖਿਲਾਫ ਹੋਈਆਂ ਪੰਜਾਬ ਦੇ, ਉਸੇ ਸਮਝੌਤੇ ਨੂੰ ਨਹੀਂ ਵੀ ਮੰਨਿਆ ਗਿਆ ਬਹੁਤੇ ਮਾਮਲੇ 'ਚ, ਪਰ ਜਿਹੜਾ ਕੇਂਦਰ ਸਰਕਾਰ ਨੇ ਆਪ ਮਨਜ਼ੂਰ ਕੀਤਾ ਸੀ ਕਿ 26 ਜਨਵਰੀ ਨੂੰ ਇਹ ਦੇ ਦਿੱਤਾ ਜਾਏਗਾ, ਟ੍ਰਾਂਸਫਰ 1986 ਨੂੰ ਕਰ ਦਿੱਤਾ ਜਾਏਗਾ। ਬੋਰਡ ਲੱਗੇ ਸੀ, ਪੰਜਾਬੀ 'ਚ ਸਾਰਾ ਕੁਝ ਲੱਗ ਗਿਆ ਸੀ। ਜਿਵੇਂ ਇਕੱਲਾ 26 ਜਨਵਰੀ ਨੂੰ ਨਹੀਂ, ਇਦੋਂ ਪਹਿਲਾਂ ਵੀ 1 ਤੇ 2 ਫਰਵਰੀ ਨੂੰ ਜਸਟਿਸ ਗੁਰਨਾਮ ਸਿੰਘ ਦੀ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ 2 ਦਿਨ ਦੀ ਪੰਜਾਬ 'ਚ ਛੁੱਟੀ ਕੀਤੀ, ਲੱਡੂ ਵੰਡੇ, ਫੁੱਲਾਂ ਦੀ ਵਰਖਾ ਕੀਤੀ, ਸਾਰੇ ਮੁਲਾਜ਼ਮ ਛੁੱਟੀ ਤੇ ਰਹੇ ਕਿ ਚੰਡੀਗੜ੍ਹ ਮਿਲ ਜਾਣਾ 1 ਤੇ 2 ਫਰਵਰੀ, ਮਤਲਬ ਉਸ ਸਮੇਂ ਜਾ ਕੇ। ਤੇ ਉਦੋਂ ਬਾਅਦ ਜਾ ਕੇ ਇਹ ਜਦੋਂ 86 ਦਾ ਮੌਕਾ ਹੁੰਦਾ ਫਿਰ ਇਹੀ ਗੱਲ ਹੁੰਦੀ ਹੈ, ਪਰ ਉਹ ਬਾਰ-ਬਾਰ ਨੇੜੇ ਜਾ ਕੇ ਗੱਲ ਫਿਰ ਉਵੇਂ ਉਸੇ ਗੰਦਲ ਚੌਦੇ 'ਚ ਪਾ ਦਿੱਤੀ ਜਾਂਦੀ ਰਹੀ। ਇਹਦੇ ਕਰਕੇ ਬਹੁਤ ਮਾਮਲਾ ਉਲਝਾਇਆ ਜਿਸ ਤਰੀਕੇ ਦੇ ਨਾਲ ਗਿਆ। ਇਹ ਪੋਲੀਟੀਕਲ ਸਾਜ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਨਾਰਮਲ ਤਰੀਕਾ ਨਹੀਂ ਤਾਂ ਕੋਈ ਵੀ ਆਪਣੇ ਕੀਤੇ ਵਾਅਦਿਆਂ ਤੇ ਘੱਟੋ ਘੱਟ ਇੱਕ ਤੇ ਨਹੀਂ ਦੂਜੇ ਤੇ, ਦੂਜੇ ਤੇ ਨਹੀਂ ਤੀਜੇ ਤੇ ਪੂਰਾ ਤਾਂ ਉਤਰਦਾ ਹੀ ਹੈ ਨਾ। ਨਹੀਂ, ਪਰ ਹੁਣ ਤਾਂ ਰਾਜਨੀਤਿਕ ਧਿਰਾਂ ਤੋਂ ਭਰੋਸਾ ਹੀ ਉੱਠ ਗਿਆ ਕਿ ਉਹ ਵਾਅਦੇ ਪੂਰੇ ਕਰਨਗੇ। ਪਰ ਮੈਂ ਜਸਵਾਲ ਜੀ ਤੁਹਾਡੇ ਕੋਲ ਆਉਣਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ ਕਿ ਜਿਵੇਂ ਹਰਮੀਤ ਸਿੰਘ ਭਾਜੀ ਉਹਨਾਂ ਨੇ ਕਿਹਾ ਕਿ 2-3 ਵਾਰ ਐਨ ਨੇੜੇ ਪਹੁੰਚ ਗਿਆ ਕਿ ਸਵੇਰ ਨੂੰ ਹੋ ਜਾਣਾ, ਕੱਲ ਨੂੰ ਮਿਲ ਜਾਣਾ, ਲੱਡੂ ਵੀ ਵੰਡੇ, ਹਾਰ ਵੀ ਲੱਗੇ, ਬੋਰਡ ਵੀ ਲੱਗੇ, ਪੰਜਾਬੀ ਦੇ ਵਿੱਚ ਤਖਤੀਆਂ ਵੀ ਲੱਗੀਆਂ, ਸੋ ਪੂਰੀਆਂ ਤਿਆਰੀਆਂ, ਢੋਲ ਢਮੱਕੇ ਵਾਲੇ ਵੀ ਬੁੱਕ ਕਰ ਲਏ, ਪਰ ਉਹਦੇ ਬਾਵਜੂਦ ਪੰਜਾਬ ਨੂੰ ਚੰਡੀਗੜ੍ਹ ਨਹੀਂ ਮਿਲਿਆ। ਪਰ ਹੁਣ ਜਿਸ ਥਾਂ ਤੇ ਸਥਿਤੀ ਖੜੀ, ਹੁਣ ਬਿਆਨਬਾਜ਼ੀ ਬਹੁਤ ਹੋ ਰਹੀ ਹੈ, ਅਕਾਲੀ ਵੀ, ਕਾਂਗਰਸੀ ਵੀ, ਮੀਟਿੰਗਾਂ ਵੀ, ਆਪ ਵਾਲੇ ਵੀ ਕਹਿੰਦੇ ਜਾਣ ਨਹੀਂ ਦੇਵਾਂਗੇ, ਇੱਥੋਂ ਤੱਕ ਬੀਜੇਪੀ ਵਾਲੇ ਵੀ ਬੋਲਣ ਲੱਗੇ। ਪਰ ਮੇਰਾ ਸਵਾਲ ਇਹ ਹੈ ਕਿ ਕੀ ਹੁਣ ਉਵੇਂ ਹੀ ਕੋਈ ਮੋਰਚਾ ਲਾਉਣ ਦੀ ਹਿੰਮਤ ਰੱਖਦੀਆਂ ਨੇ ਧਿਰਾਂ, ਕਿ ਉਵੇਂ ਹੀ ਚੰਡੀਗੜ੍ਹ ਦੇ ਕਿਤੇ ਮਟਕਾ ਚੌਂਕ ਦੇ ਵਿੱਚ ਜਾਂ ਉਹੀ 10 ਏਕੜ ਵਾਲੀ ਥਾਂ ਦੇ ਉੱਤੇ ਬੈਠਣ ਦੀ ਹਿੰਮਤ ਰੱਖਦੇ ਨੇ? ਕੀ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਸਮਾਜਿਕ ਧਿਰਾਂ ਇਸ ਮੁੱਦੇ ਤੇ ਇਕਜੁੱਟ ਹੋ ਕੇ ਧਰਤ ਤੇ ਆਉਣ ਲਈ ਤਿਆਰ ਨੇ ਜਾਂ ਬਿਆਨਾਂ ਤੱਕ ਹੀ ਸੀਮਤ ਨੇ? ਦੇਖੋ, ਫਿਲਹਾਲ ਤਾਂ ਬਿਆਨਾਂ ਤੱਕ ਸੀਮਤ ਹੈ, ਪਰ ਲੱਗਦਾ ਇਹ ਆ ਵੀ ਪੋਲੀਟਿਕਸ ਜਿਉਂ-ਜਿਉਂ ਗਰਮਾਏਗੀ ਕੋਈ ਨਾ ਕੋਈ ਤਰ੍ਹਾਂ ਅੱਗੇ ਆਊਗੀ ਜਿਹਨੂੰ ਆਪਦੀ ਪਹਿਲੀ ਸ਼ਾਖ, ਗੁਆਚੀ ਸ਼ਾਖ ਦੀ ਮੁੜ ਕੇ ਬਹਾਲੀ ਕਰਨ ਦਾ ਵੀ ਲੋੜ ਹੈ। ਜਿਵੇਂ ਹੁਣ ਅਕਾਲੀ ਦਲ ਨੂੰ ਕੁਛ ਨਾ ਕੁਛ ਕਰਨਾ ਪਏਗਾ ਜੇ ਉਸਨੇ ਮਾਮੂਲੀ ਜਾਂ ਰਿਵਾਈਵਲ ਚਾਹੁੰਦਾ, ਤਾਂ ਇਸ ਤੋਂ ਇਲਾਵਾ ਹੋਰ ਜਿਹੜੀ ਕਾਂਗਰਸ ਵੀ ਜੇ ਤਾਂ ਹੀ ਬਹੁਤ ਜ਼ਿਆਦਾ ਬਿਆਨਬਾਜ਼ੀ 'ਚ ਐਕਟਿਵ ਹੈ, ਉਹ ਵੀ ਕੁਛ ਕਰੇਗੀ। ਇਹ ਪਰ ਜਿਹੜੇ ਧਰਨੇ ਜਿਸ ਲੈਵਲ ਦੇ ਅਕਾਲੀਆਂ ਨੇ ਲਾਏ ਸੀ, ਉਹ ਧਰਨਿਆਂ ਦੀ ਕਪੈਸਿਟੀ
ਇਹਨਾਂ ਦੋਨਾਂ ਪਾਰਟੀਆਂ 'ਚ ਹੁਣ ਨਹੀਂ ਰਹੀ, ਅਕਾਲੀ ਦਲ 'ਚ ਵੀ ਨਹੀਂ ਰਹੀ ਹੁਣ ਜਿਹੜੀ ਪਹਿਲਾਂ ਗੱਲ। ਅਕਾਲੀ ਦਲ ਦਾ ਜਿਹੜਾ ਸਾਰਾ ਸਰੂਪ ਸੀ, ਜਿਸ ਲੈਵਲ ਦੇ ਵੱਡੇ ਵੱਡੇ ਉਹ ਧਰਨੇ ਕਰ ਸਕਦੇ ਸੀ, ਕਪੈਸਿਟੀ ਸੀ, ਉਹ ਗਵਾ ਬੈਠੇ ਸਾਰੇ। ਉਹ ਜਿਹੜਾ ਖਾਸ ਕਿਸਮ ਦੀ ਜਿਹੜੀ ਬੀਜੇਪੀ ਨਾਲ ਜਿਹੜੀ ਅਨਕੰਡੀਸ਼ਨਲ ਸਪੋਰਟ ਦਾ ਮਤਲਬ ਸੀ ਵੀ ਸਰੈਂਡਰ, ਕੰਪਲੀਟ ਸਰੈਂਡਰ, ਉਹ ਕੰਪਲੀਟ ਸਰੈਂਡਰ ਸੀ। ਆ ਸਾਰੇ ਮਸਲੇ ਛੱਡਣ ਦਾ ਉਹਨਾਂ ਨੇ ਸਾਰੇ ਛੱਡ ਤੇ, ਲੈਣਾ ਕੁਝ ਵੀ ਨਹੀਂ। ਹਾਂ, ਲੈਣਾ ਤਾਂ ਚੰਡੀਗੜ੍ਹ ਸੀ, ਉੱਥੇ ਲੈ ਲਈ ਕੁਰਸੀ ਲੈ ਲਈ ਕੁਰਸੀ, ਤੇ ਕੁਰਸੀ ਦੇ ਲਈ ਸਾਰਾ ਕੁਝ ਹੀ ਛੱਡਦਾ, ਸਰੈਂਡਰ ਕਰਤਾ। ਉਹ ਜਿਹੜਾ ਸਰੈਂਡਰ ਕਰਨਾ ਸੀਗਾ ਉਹਦੇ ਚੋਂ ਨਿਕਲੇ। ਜਿਵੇਂ ਹੁਣ ਮੋਟੀ ਜੀ ਗੱਲ ਹੈ, ਕਿੱਡੀ ਕੁ ਗੱਲਬਾਤ ਸੀਗੀ ਵੀ ਕਰਨਾਟਕਾ ਹੋਰ ਕਾਫੀ ਦੇਰ ਤੇ ਹੋ ਰਿਹਾ, ਬਾਦਲ ਦੇ ਸਰਕਾਰਾਂ ਵੇਲੇ ਹੀ ਇਹ ਹੋ ਜਾਣਾ ਚਾਹੀਦਾ ਸੀ। ਪੰਜਾਬੀ ਬੋਲੀ ਉੱਤੇ ਐਕਟ ਬਣਾ ਕੇ ਉਹਦੀ ਨੋਟੀਫਿਕੇਸ਼ਨ ਨਹੀਂ ਹੋ ਸਕੀ, ਲਾਗੂ ਨਹੀਂ ਹੋ ਸਕਿਆ, 2007 ਜਾਂ 8 ਚ ਹੋਇਆ ਸੀਗਾ। ਤੇ ਇਸੇ ਤਰੀਕੇ ਨਾਲ ਉਹ ਆਨੰਦ ਮੈਰਿਜ ਐਕਟ ਨਹੀਂ ਲਾਗੂ ਕਰ ਸਕਿਆ। ਤੁਸੀਂ ਰੀਜਨਲਿਜ਼ਮ ਦੀ ਜਿਹੜੀ ਛੋਟੀ ਮੋਟੀ ਲੋੜ ਹੁੰਦੀ ਹੈ, ਤੇ ਇਹ ਛੋਟੇ ਛੋਟੇ ਮਸਲੇ ਵੀ ਨਹੀਂ ਕਰ ਸਕੇ, ਜਿਨ੍ਹਾਂ ਦਾ ਕਿ ਦੂਜੇ ਇੱਥੋਂ ਦੀ ਹੋਰ ਜਿਹੜੀ ਕੋਈ ਵਿਰੋਧੀ ਧਿਰ ਹੈ ਉਹ ਵੀ ਕੋਈ ਬਹੁਤਾ ਰੌਲਾ ਨਹੀਂ ਸੀ ਪਾ ਸਕਦੀ। ਇੱਥੋਂ ਦੀ ਸਾਡੀ ਸਮੱਸਿਆ ਇਹ ਵੀ ਰੀਜਨਲਿਜ਼ਮ ਜਿਹੜਾ ਸਾਡਾ ਖਰਾਬ ਹੋ ਗਿਆ। ਸੈਂਟਰ ਦੀ ਪਾਲਿਸੀ ਜਿਹੜੀ ਇੰਡੀਅਨ ਡੀਪ ਸਟੇਟ ਦੀ ਪਾਲਿਸੀ ਹੈ, ਉਹ ਬਿਗਨਿੰਗ ਤੋਂ ਹੀ ਇਹੀ ਰਹੀ ਹੈ ਵੀ ਇਹ ਸੈਂਟਰਲਾਈਜੇਸ਼ਨ ਕਰਨਾ ਹੈ। ਉਹਨਾਂ ਦੀ ਤਾਂ ਬਹੁਤ ਵੱਡੇ ਲੈਵਲ ਤੇ, ਤੁਸੀਂ ਨਹਿਰੂ ਦੀ ਕਿਤੇ ਸਾਰੀਆਂ ਪੜ੍ਹੋ, ਉਹਨਾਂ ਸਾਰੀਆਂ ਡਿਸਕਸ਼ਨਾਂ 'ਚੋਂ ਪਹਿਲੇ ਦਿਨਾਂ 'ਚ ਕੰਸਟੀਚੂਐਂਟ ਅਸੈਂਬਲੀ ਦੀਆਂ 'ਚੋਂ, ਤੇ ਉਹ ਡਿਸਕਸ਼ਨਾਂ ਜਦੋਂ ਬਣ ਰਿਹਾ ਸੀ ਸਾਡਾ ਸੰਵਿਧਾਨ, ਉਹਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਇੰਨੇ 100 ਸਾਲ ਗੁਲਾਮ ਰਹੇ ਆ, ਉਹਦਾ ਕਾਰਨ ਇਹ ਸੀ ਸਾਡਾ ਸੈਂਟਰ ਤਕੜਾ ਨਹੀਂ ਸੀ। ਹੁਣ ਅਸੀਂ ਆਪਣਾ ਸੈਂਟਰ ਤਕੜਾ ਕਰਨਾ ਹੀ ਕਰਨਾ। ਤੋ ਇਸ ਕਰਕੇ ਆ ਜਿਹੜੀ ਵੰਡ ਵੀ ਸਾਰੀ ਧਾਰਮ ਲੈਵਲ ਤੇ ਹੋਈ ਹੈ, ਜਿਹੜੀ ਪਾਕਿਸਤਾਨ ਵਾਲੀ ਵੰਡ, ਪੰਜਾਬ ਵੰਡ ਹੈਗਾ, ਇਹ ਵੀ ਉਸੇ ਜੋ ਸੀ ਵੀ ਇੰਨੇ ਨੂੰ ਅਸੀਂ ਤਕੜਾ ਕਰਾਂਗੇ। ਉਹ ਸੈਂਟਰਲਾਈਜੇਸ਼ਨ ਦੀ ਪਾਲਿਸੀ ਹੈ ਜਿਹੜੀ ਉਹ ਪੰਜਾਬ ਦੇ ਉੱਤੇ, ਪੰਜਾਬ ਪਹਿਲਾਂ ਤਾਂ ਦਿੱਲੀ ਨਾਲ ਜੁੜਿਆ ਹੋਇਆ, ਬਹੁਤ ਸਭ ਤੋਂ ਨੇੜੇ ਜੁੜਿਆ। ਇੱਥੇ ਥੋੜੀ ਜਿਹੀ ਗੱਲ ਹਿਲਾ ਦਿਓ ਪੰਜਾਬ ਨੂੰ, ਤੇ ਉਹ ਇੱਥੇ ਉਹ ਫਿਰਕਾ ਪ੍ਰਸਤੀ ਦਾ ਤੇ ਦੂਜੀ ਜਿਹੜੀ ਵੱਡੀ ਸਾਡੀ ਧਿਰ ਹੈ, ਵੱਡਾ ਸਮਾਜ ਹੈ, ਉਹ ਇਕੱਠਾ ਹੋ ਜਾਂਦਾ, ਕੰਸੋਲੀਡੇਟ ਹੋ ਜਾਂਦਾ। ਤੇ ਇਸ ਕਰਕੇ ਇਹਨੂੰ ਕੋਈ ਨਾ ਕੋਈ ਗੱਲ ਤੇ ਹਿਲਾਇਆ ਜਾਂਦਾ, ਲਗਾਤਾਰ ਹਿਲਾਇਆ ਤੁਰਿਆ ਜਾਂਦਾ। ਇਹੋ ਜਿਹੇ ਇਮੋਸ਼ਨਲ ਇਸ਼ੂ ਤੇ ਉਠਾਇਆ ਜਾਂਦਾ ਵੀ ਜਿਹਦੇ ਤੇ ਉਹ ਫਿਰ ਇੱਕੋ ਦਮ ਦੂਜੇ ਇਕੱਠੇ ਹੋ ਜਾਂਦੇ ਆ। ਜਿਵੇਂ ਹਰਿਆਣਾ ਮਤਲਬ ਕਿ ਇੱਕ ਤਰੀਕੇ ਦਾ ਸੈਂਟਰ ਦੀ ਐਂ ਲੱਗਦਾ ਹੈ ਵੀ ਦਿੱਲੀ ਦੀ ਉਹ ਐਕਸਟੈਂਸ਼ਨ ਹੈ ਇੱਥੋਂ ਤੱਕ, ਚੰਡੀਗੜ੍ਹ ਤੱਕ, ਕੋਈ ਵੱਖਰਾ ਸੂਬਾ ਨਹੀਂ ਲੱਗਦਾ। ਉਸ ਕਿਸੇ ਕਰਕੇ ਤੁਸੀਂ ਪਿਛਲੀ ਹਿਸਟਰੀ ਪੜ੍ਹ ਲਓ, ਜਿਹੜਾ ਵੀ ਕਿਤੇ ਦਿੱਲੀ 'ਚ ਰੂਲ ਕਰਦੀ ਪਾਰਟੀ ਉਹੀ ਹਰਿਆਣੇ 'ਚ ਕਰਦੀ ਹੁੰਦੀ ਹੈ। ਲਗਾਤਾਰ ਇਹ ਸਿਸਟਮ ਰਿਹਾ ਹੁਣ ਤੱਕ, ਮੋਟੇ ਲੈਵਲ ਤੇ ਕਿਤੇ ਵਿੱਚ ਥੋੜਾ ਕਿੰਨਾ ਫਰਕ ਕਿਤੇ ਰਹੂ। ਤੇ ਇਸ ਕਰਕੇ ਇਹ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜਿਹੜਾ ਜਦੋਂ ਹਰਿਆਣਾ ਬਣਾਇਆ, ਇਹਦਾ ਵਿਸਥਾਰ ਹੈ ਦਿੱਲੀ ਦਾ ਗਾਹਾਂ ਤੱਕ ਤੇ ਚੰਡੀਗੜ੍ਹ ਤੱਕ। ਤੋ ਹਾਂ, ਉਹ ਜਿਹੜਾ ਸਾਡਾ ਹਿਮਾਚਲ ਦਾ ਇਲਾਕਾ ਹੈ, ਉਹਦੇ ਲਈ ਵੱਖਰੇ ਰਸਤੇ ਰੱਖੇ ਗਏ, ਚੰਡੀਗੜ੍ਹ ਦੇ ਉੱਤੋਂ ਦੀ ਸਾਰੇ ਬਣਾ ਕੇ ਤਾਹਾਂ ਤੱਕ ਤਾਂ ਲੈ ਗਏ ਸਾਰੇ, ਸਾਰਾ ਮੋਰਨੀ ਹਿਲਸ ਵਗੈਰਾ ਲੈ ਕੇ ਇਹ ਰਸਤੇ ਸਾਰੇ ਉਵੇਂ ਹੀ ਰੱਖੇ ਗਏ ਵੀ ਅਸੀਂ ਇਸ ਨੂੰ ਬਣਾ ਕੇ ਰੱਖਣਾ। ਇਹਨੂੰ ਆਈਸੋਲੇਟ ਕੀਤਾ ਜਿਹੜਾ ਪੰਜਾਬ ਦਾ ਇਲਾਕਾ ਸੀ ਸਾਰਾ, ਕਿਉਂਕਿ ਇਹਦੀ ਥੋੜ੍ਹੀ ਜਿਹੀ ਤਸੀਰ ਹੈ ਵੱਖਰੀ, ਸਾਡੀ ਕਲਚਰਲ ਤਸੀਰ ਪੰਜਾਬ ਦੀ ਵੱਖਰੀ ਹੈ, ਜਿਹੜੀ ਦਿੱਲੀ ਜਾਂ ਜਮਨਾ ਤੋਂ ਪਰੇ ਉਹਦੇ ਨਾਲ ਮੇਲ ਨਹੀਂ ਖਾਂਦੀ। ਇਸੇ 'ਚੋਂ ਇਹ ਪੋਲਿਟਿਕਸ ਨਿਕਲਦੀ ਹੈ। ਤੇ ਇਸ ਕਰਕੇ ਮੈਂ ਇਸੇ ਮੁੱਦੇ ਤੇ ਆਉਣਾ, ਜਿਹੜਾ ਇਹ ਮੁੱਦਾ ਬਿਲਕੁਲ ਜਾਣਬੁੱਝ ਕੇ ਉਠਾਇਆ ਇਸ ਖਿੱਤੇ ਨੂੰ ਫੇਰ ਸਰਗਰਮ ਪੋਲਿਟਿਕਸ ਕਰਨ ਲਈ, ਜਿਹਦੇ 'ਚੋਂ ਮੁੱਦਿਆਂ ਦੀ ਪੋਲਿਟਿਕਸ ਗਾਇਬ ਹੋ ਜੇ। ਮੁੱਦਾ ਨਾ ਕੋਈ ਉੱਠੇ, ਸਾਰਾ ਕਿਸਾਨੀ ਦਾ ਮੁੱਦਾ, ਦੂਜਾ ਮੁੱਦਾ, ਇਹ ਸਾਰੇ ਮੁੱਦੇ ਰੋਲ ਦਿਓ ਤੇ ਮੁੜ ਕੇ ਫਿਰ ਉਹ ਇਮੋਸ਼ਨਲ ਮੁੱਦਾ ਇੱਕ ਖੜਾ ਕਰ ਦਿਓ, ਤੇ ਇਸ ਉੱਤੇ ਕੁਛ ਚਿਰ ਚੱਲਦੀ ਰਹੂਗੀ ਤੇ ਫਿਰ ਚੋਣਾਂ ਜਿੱਤੀਆਂ ਜਾਣਗੀਆਂ। ਸਵਾਲ ਇੱਥੇ ਇਹ ਵੀ ਬਣਦਾ ਕਿ 1 ਨਵੰਬਰ 1966 ਨੂੰ ਰਾਤੋਂ ਰਾਤ ਕਹਿੰਦੇ ਇੱਥੇ ਦੀ ਭਾਸ਼ਾ ਵੀ ਬਦਲਦੀ ਸੀ, ਕਿ ਉਹ ਅਚਾਨਕ ਅੰਗਰੇਜ਼ੀ ਭਾਸ਼ਾ ਕਰਤੀ। ਤੇ ਹੁਣ ਉਹ ਲੋਕ ਇਸ ਗੱਲ ਤੇ ਵੀ ਆ ਗਏ ਕਿ ਚੰਡੀਗੜ੍ਹ 'ਚ ਤਾਂ ਜੀ ਪੰਜਾਬੀ ਘੱਟ ਗਿਣਤੀ ਹੋ ਗਿਆ, ਹੁਣ ਪੰਜਾਬੀਆਂ ਦੀ ਗਿਣਤੀ ਘੱਟ ਗਈ। ਸਵਾਲ ਇਹ ਹੈ ਕਿ ਜੇਕਰ ਇੱਥੇ ਹੋਰ ਸੂਬੇ ਦੇ ਲੋਕ ਆਏ ਨੇ ਤਾਂ ਉਹ ਵੀ ਆਪਣੀ ਮਾਂ ਬੋਲੀ ਨਾਲ ਆਏ ਨੇ ਨਾ, ਤੇ ਉਹਨਾਂ ਸਾਰਿਆਂ ਨੂੰ ਹਿੰਦੀ ਭਾਸ਼ੀ ਕਿਵੇਂ ਗਿਣ ਸਕਦੇ ਹੋ ਕਿ ਸਾਰੇ ਹਿੰਦੀ ਵਾਲੇ ਨੇ। ਸੋ ਇੱਕ ਸ਼ਾਤਰਨਾ ਤਰੀਕੇ ਨਾਲ ਕੀ ਲੱਗ ਰਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਦਿੱਲੀ ਦਾ ਪ੍ਰਸਾਰ ਦਿੱਲੀ ਤੋਂ ਲੈ ਕੇ ਹਰਿਆਣੇ ਤੋਂ ਹੋ ਕੇ ਚੰਡੀਗੜ੍ਹ ਤੱਕ ਆ ਗਿਆ, ਇਹ ਉਹਦਾ ਹੀ ਅੱਗੇ ਵਾਧਾ ਹੈ। ਕੀ ਇਹੀ ਮਤਲਬ ਸਮਝੀਏ ਕਿ ਹਰਿਆਣੇ ਨੂੰ ਅਮਿਤ ਸ਼ਾਹ ਹੀ ਚਲਾ ਰਿਹਾ? ਹਰਿਆਣਾ ਜਿਹੜਾ ਮਿਲਣ ਆਇਆ ਹਰਿਆਣੇ ਦਾ, ਮਤਲਬ ਕਿ ਉੱਥੇ ਦਾ ਸਪੀਕਰ ਪੰਜਾਬ ਦੇ ਰਾਜਪਾਲ ਨੂੰ, ਉਹ ਸਪੀਕਰ ਮਿਲਣ ਆਇਆ ਸੀ ਜਾਂ ਅਮਿਤ ਸ਼ਾਹ ਦਾ ਫਰਮਾਨ ਲੈ ਕੇ ਆਇਆ ਸੀ, ਸੁਨੇਹਾ ਲੈ ਕੇ ਆਇਆ ਸੀ? ਕਿਉਂਕਿ ਰਾਜਪਾਲ ਉਹਨਾਂ ਨੇ ਕਿਸੇ ਪੰਜਾਬ ਦੀ ਧਿਰ ਨੂੰ ਅਜੇ ਸੱਦਿਆ ਨਹੀਂ ਕਿ ਭਾਈ ਮੇਰੇ ਕੋਲ ਮੰਗ ਆਈ ਹੈ, ਨਾ ਹੀ ਪੰਜਾਬ ਦੀ ਸਰਕਾਰ ਨੇ ਪਹਿਲਕਦਮੀ ਕੀਤੀ ਕਿ ਇਸ ਮਸਲੇ ਤੇ ਅਸੀਂ ਕੋਈ ਬੈਠਕ ਸੱਦ ਲਈਏ। ਕੀ ਸਰਕਾਰਾਂ ਗੰਭੀਰਤਾ ਨਾਲ ਲੈ ਹੀ ਨਹੀਂ ਰਹੀਆਂ ਇਸ ਮਸਲੇ ਨੂੰ, ਤੇ ਉਧਰ ਕੇਂਦਰ ਆਪਣਾ ਕੰਮ ਕਰ ਰਿਹਾ, ਜਾਂ ਕੇਂਦਰ ਤੋਂ ਡਰਦੀਆਂ ਨੇ ਸਾਰੀਆਂ ਧਿਰਾਂ ਬਿਆਨਬਾਜ਼ੀ ਕਰਨ ਵਾਲੀਆਂ? ਨਹੀਂ, ਵੈਸੇ ਤਾਂ ਮੈਨੂੰ ਇਹ ਲੱਗਦਾ ਕਿ ਹੁਣ ਅਸੀਂ ਜਿੱਧਰ ਨੂੰ ਵੱਧ ਰਹੇ ਹਾਂ, ਉਹ ਇਹ ਵੱਧ ਰਹੇ ਹਾਂ ਕਿ ਕੇਂਦਰ ਹੀ ਸਾਰੇ ਕਿਤੇ ਰਾਜ ਕਰ ਰਿਹਾ, ਚਾਹੇ ਆਪੋਜੀਸ਼ਨ ਦੀ ਵੀ ਪਾਰਟੀ ਹੋਵੇ, ਕਿਉਂਕਿ ਉਹਨਾਂ ਨੇ ਕਾਨੂੰਨ ਹੀ ਇੰਨੇ ਬਣਾਤੇ। ਜਕੜ GST ਤੋਂ ਬਾਅਦ ਸੂਬਾ ਸਰਕਾਰ ਕੋਲ ਕੀ ਰਹਿ ਗਿਆ? ਨਾ ਟੈਕਸ ਲਾਉਣ ਦੀ ਤਾਕਤ,
ਨਾ ਟੈਕਸ ਹਟਾਉਣ ਦੀ ਤਾਕਤ। NIA ਤੋਂ ਬਾਅਦ ਕੀ ਰਹਿ ਗਿਆ? ਉਹ ਕਹਿੰਦੇ ਸੂਬਿਆਂ ਦੇ ਵਿੱਚ ਹੁਣ NRI ਥਾਣੇ ਤੇ ਸਾਰੀਆਂ ਪੋਸਟਾਂ ਹੋ ਜਾਣਗੀਆਂ ਧੱਕੇ ਨਾਲ, 50 ਕਿਲੋਮੀਟਰ ਅੰਦਰ ਧੱਕੇ ਨਾਲ ਆ ਕੇ। ਉਹ ਤਾਂ BSF ਦਾ ਮਾਮਲਾ BSF ਚਲੋ, ਉਹ ਦੇਤਾ। ਨਹੀਂ ਜ਼ਬਰਦਸਤੀ ਆ ਕੇ ਤੁਹਾਡੀ ਸਟੇਟ ਤੋਂ ਪੁਲਿਸ ਤੋਂ ਜਦ ਮਰਜੀ ਉਹ ਸਾਈਬਰ ਕ੍ਰਾਈਮ ਨਾਲ ਜੁੜਿਆ ਕੇਸ ਲੈ ਲੈਂਦੇ ਵੀ ਇਹ ਸਾਡਾ ਜੀ, ਤੁਸੀਂ ਜਾਓ, ਤੁਹਾਡਾ ਕੋਈ ਕੰਮ ਨਹੀਂ ਇਸ ਮਾਮਲੇ ਦੇ ਵਿੱਚ। ਔਰ ਇਸੇ ਤਰੀਕੇ ਨਾਲ ਨਾਗਰਿਕ ਸੋਧ ਬਿੱਲ ਤੋਂ ਲੈ ਕੇ ਇਸੇ ਤਰੀਕੇ ਦੇ ਨਾਲ ਖੇਤੀ ਬਿੱਲ ਜਿਹੜੇ ਸੀ ਕਾਨੂੰਨ, ਉਹ ਚਾਹੇ ਵਾਪਸ ਹੋ ਗਏ, ਪਰ ਹੁਣ ਸਾਰੀ ਮੰਡੀ ਨੂੰ ਕੰਟਰੋਲ ਉਸੇ ਤਰੀਕੇ ਨਾਲ ਦੁਬਾਰਾ ਕੀਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ। ਉਹ ਸਾਰੇ ਜਿੰਨੇ ਐਕਟ ਆ ਰਹੇ ਨੇ, ਜਿੰਨੀਆਂ ਚੀਜ਼ਾਂ ਆ ਰਹੀਆਂ ਨੇ ਸਾਡੇ ਸਾਹਮਣੇ, ਉਹ ਸੈਂਟਰਲਾਈਜੇਸ਼ਨ ਆਫ ਪਾਵਰ ਦੀਆਂ ਨੇ, ਜਿਹੜੀਆਂ ਪਹਿਲਾਂ ਨਾਲੋਂ ਵੀ ਖਤਰਨਾਕ ਨੇ। ਜੇ ਚੰਡੀਗੜ੍ਹ ਦੇ ਮੁੱਦੇ ਦੀ ਵੀ ਆਪਾਂ ਗੱਲ ਕਰਦੇ ਹਾਂ ਜਾਂ ਬਾਕੀ ਦੇ ਵੀ, ਇਹ ਬੇਸਿਕਲੀ ਫੈਡਰਲਿਜ਼ਮ ਦੇ ਮੁੱਦੇ ਨੇ ਕਿ ਰਾਜਾਂ ਨੂੰ ਕਿੰਨੇ ਅਧਿਕਾਰ ਮਿਲਦੇ ਨੇ। ਜਿਹੜੀਆਂ ਇਹ ਲੈਂਗੁਏਜ ਦਾ ਮਾਮਲਾ, ਭਾਸ਼ਾ ਦਾ ਮਾਮਲਾ ਵੀ ਹੈ, ਭਾਸ਼ਾ ਦੇ ਆਧਾਰ ਤੇ ਸੂਬਿਆਂ ਦਾ ਪੁਨਰਗਠਨ ਜਦੋਜਹਿਦਾਂ ਤੋਂ ਬਾਅਦ ਹੋਇਆ ਹੈ, ਲੜਾਈਆਂ ਲੜੀਆਂ ਨੇ। ਪਰ ਜੇ ਹੁਣ ਤੁਸੀਂ ਆਪਣੀ ਉਹ ਭਾਸ਼ਾ ਲਾਉਣੀ ਹੈ, ਇਧਰ ਤਾਮਿਲਨਾਡੂ ਚ ਤੀਜੇ ਦਿਨ ਰੌਲਾ ਪੈ ਜਾਂਦਾ ਵੀ ਹਿੰਦੀ ਥੋਪ ਰਹੇ ਨੇ ਸਾਡੇ ਤੇ, ਹਿੰਦੀ ਥੋਪ ਰਹੇ ਨੇ ਸਾਡੇ ਤਾਂ ਭਾਰਤੀ ਅੰਦਰ। ਔਰ ਇੱਥੇ ਧੱਕੇ ਨਾਲ ਤੁਸੀਂ ਆ ਕੇ ਜਾਂ ਤਾਂ ਅੰਗਰੇਜ਼ੀ ਹੋਏਗੀ ਚੰਡੀਗੜ੍ਹ ਦੀ ਜਾਂ ਫਿਰ ਹਿੰਦੀ ਹੋਏਗੀ, ਹੈ ਨਾ, ਉਸ ਲੈਵਲ ਦੇ ਉੱਤੇ। ਔਰ ਫਿਰ ਤੁਸੀਂ ਮਾਈਗ੍ਰੇਸ਼ਨ ਕਰਾ ਰਹੇ ਹੋ, ਜੰਮੂ ਕਸ਼ਮੀਰ ਨੂੰ ਤੋੜ ਕੇ ਉੱਥੇ ਕੀ ਕਰ ਰਹੇ ਹੋ ਕਿ ਫਟਾਫਟ ਮਾਈਗ੍ਰੇਸ਼ਨ ਇੰਨੀ ਕਰਾ ਦਿਓ ਤਾਂ ਕਿ ਦੂਜੀ ਘੱਟ ਗਿਣਤੀ ਵੀ ਉੱਥੇ ਘੱਟ ਗਿਣਤੀ ਚ ਸੂਬੇ ਚ ਵੀ ਰਹੇ ਜੀ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਡਿਸਟਰਬੈਂਸ ਪੈਦਾ ਕਰਦੀਆਂ ਨੇ, ਮਤਲਬ ਇਹ ਕੋਈ ਪੀਸਫੁਲ ਸਟੇਟ ਨਹੀਂ ਰਹਿਣ ਦਿੰਦੀਆਂ ਕਿਸੇ ਵੀ ਰੂਪ ਦੇ ਵਿੱਚ। ਕਿਰਿਆ ਦੀ ਪ੍ਰਤੀਕਿਰਿਆ ਵੀ ਹੋਣੀ ਲਾਜ਼ਮੀ ਹੁੰਦੀ ਹੈ, ਫਿਰ ਐਕਸ਼ਨ ਦਾ ਰਿਐਕਸ਼ਨ ਜਿਹੜਾ ਉਸ ਲੈਵਲ ਤੇ ਹੁੰਦਾ। ਇਹੀ ਪ੍ਰੋਬਲਮ ਸਾਡੀ ਪਾਰਟੀਆਂ ਦੀ ਦਿੱਕਤ ਹੈ। ਹੁਣ ਜਿਵੇਂ ਇਹ ਵੀ ਪਾਰਟੀ ਸਟਰਕਚਰ ਦੇ ਵਿੱਚ ਸਾਡੇ 'ਚ ਕੋਈ ਫੈਡਰਲਿਜ਼ਮ ਹੈ ਕਿ BJP ਪੰਜਾਬ ਦੀ, ਕਾਂਗਰਸ ਪੰਜਾਬ ਦੀ ਜਾਂ ਨੈਸ਼ਨਲ ਪਾਰਟੀਆਂ ਚੋਂ ਆਮ ਆਦਮੀ ਪਾਰਟੀ ਪੰਜਾਬ ਦੀ ਕੀ ਕੋਈ ਦਿੱਲੀ ਦੇ ਬੌਸਜ ਤੋਂ ਅਲੱਗ ਜਾ ਸਕਦੀ ਹੈ ਕੱਲ ਨੂੰ? ਹਾਂ, ਸਵਾਲ ਇਹੀ ਹੈ। ਅਜੇ ਤਾਂ ਉਹ ਬਿਆਨ ਦਿੰਦੇ ਨੇ, ਕੱਲ ਨੂੰ ਜਦੋਂ ਘੁਰਕੀ ਆਊਗੀ। ਸਾਡਾ ਤਾਂ ਜਿਹੜਾ ਮਾਮਲਾ ਪਾਣੀਆਂ ਦਾ ਹੈ, ਪੰਜਾਬ ਦਾ ਚੀਫ ਮਿਨਿਸਟਰ ਸੀਗਾ ਤੇ ਸਾਡੇ ਨਾਰਮਲੀ ਇਹ ਗੱਲ ਪਰ ਪ੍ਰਚਲਿਤ ਹੈ ਵੀ ਗਨ ਪੁਆਇੰਟ ਤੇ ਉਹਨੇ ਕਿਹਾ ਵੀ ਨਹੀਂ ਤਾਂ ਚੀਫ ਮਿਨਿਸਟਰ ਹੀ ਛੱਡ ਦੇ, ਨਹੀਂ ਤਾਂ ਦਰਬਾਰਾ ਸਿੰਘ ਨੂੰ ਕਿਹਾ ਇੱਥੇ ਦਸਤਖਤ ਕਰ ਜਾ, ਹੈ ਨਾ, ਐਸ ਡਿਕਟੇਸ਼ਨ ਦੇ ਨਾਲ। ਤੇ ਇਹੀ ਹੈ। ਤੇ BJP ਦਾ ਪੰਜਾਬ ਦਾ ਪ੍ਰਧਾਨ ਲਾਉਣਾ ਹੋਵੇ, ਉਹ ਵੀ ਸੰਸਦੀ ਬੋਰਡ ਉੱਪਰੋਂ ਨੋਮੀਨੇਟ ਕਰਕੇ ਭੇਜਦਾ। ਆਮ ਆਦਮੀ ਪਾਰਟੀ ਦਾ ਤਾਂ ਮਤਲਬ ਮੁਹੱਲੇ ਦਾ ਵੀ ਲਾਉਣਾ ਹੋਵੇ ਤਾਂ ਵੀ ਕਿ ਦਿੱਲੀ ਤੋਂ ਆਉਂਦਾ। ਤੇ ਕੇਵਲ ਖੇਤਰੀ ਪਾਰਟੀ ਲੜ ਸਕਦੀ ਹੈ। ਅਕਾਲੀ ਦਲ ਨੇ ਲੜਿਆ ਵੀ ਹੈ ਪਹਿਲਾਂ, ਔਰ ਅਕਾਲੀ ਦਲ ਵੀ ਸਰੈਂਡਰ ਕਰ ਗਿਆ BJP ਨਾਲ ਅਨਕੰਡੀਸ਼ਨਲ ਸਪੋਰਟ ਨਾਲ 1995-96 ਤੋਂ ਲੈ ਕੇ। ਇਸ ਲਈ ਖੇਤਰੀ ਜਿਹੜੀਆਂ ਇਛਾਵਾਂ ਹੁੰਦੀਆਂ ਨੇ, ਉਹਨਾਂ ਇਛਾਵਾਂ ਦੀ ਪੂਰਤੀ ਦੇ ਵਾਸਤੇ ਬੇਹੱਦ ਜ਼ਰੂਰੀ ਹੁੰਦਾ ਹੈ, ਖਾਸ ਤੌਰ ਤੇ ਜਿੱਥੇ ਖੇਤਰ ਸੱਭਿਆਚਾਰ ਦੇ ਮਾਮਲੇ 'ਚ, ਬੋਲੀ ਦੇ ਮਾਮਲੇ 'ਚ, ਧਾਰਮਿਕ ਮਾਮਲੇ 'ਚ ਘੱਟ ਗਿਣਤੀ ਨਾਲ ਜੁੜਿਆ ਹੋਵੇ। ਉੱਥੇ ਬੇਹੱਦ ਮਜ਼ਬੂਤ ਤੇ ਧੜੱਲੇਦਾਰ ਤੇ ਕਲੀਅਰ ਕੱਟ ਪ੍ਰੋਗਰਾਮ ਲਈ ਖੇਤਰੀ ਪਾਰਟੀ ਦੀ ਲੋੜ ਹੁੰਦੀ ਹੈ। ਉਹ ਅਜੇ ਮਿਸਿੰਗ ਹੈ, ਅਜੇ ਲੈਕਿੰਗ ਹੈ, ਜਿਹੜਾ ਜਿੰਨਾ ਵੀ ਹੈ। ਹੁਣ ਆਪਣੇ ਸਾਹਮਣੇ ਹੈ ਕਿ ਜੇ ਐਡਾ ਵੱਡਾ ਮੁੱਦਾ ਆ ਗਿਆ, ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਆਲ ਪਾਰਟੀ ਮੀਟਿੰਗ ਨਹੀਂ ਬਣਾਉਂਦੀ? ਹਾਂ, ਮੈਂ ਇਹੀ ਤਾਂ ਘੱਟੋ ਘੱਟ ਇੱਕ ਆਲ ਪਾਰਟੀ ਮੀਟਿੰਗ ਬੁਲਾਵੇ, ਉਹਦੇ 'ਚ ਇੱਕ ਚਰਚਾ ਕਰੇ, ਕਿਉਂਕਿ ਸਾਂਝਾ ਸਟੈਂਡ ਲਵੇ ਤੇ ਉਹਦੇ ਤੇ ਵਿਧਾਨ ਸਭਾ ਦਾ ਇਜਲਾਸ ਬੁਲਾਵੇ। ਫਿਰ ਉਸ ਤੋਂ ਬਾਅਦ ਉਹਦੇ 'ਚ ਤੈਅ ਕਰਕੇ ਉਹਦੇ 'ਚ ਆਪਣਾ ਮਤ ਰਾਹੀਂ ਇੱਕ ਆਪਣੀ ਆਵਾਜ਼ ਉਠਾਵੇ, ਜਿਵੇਂ ਵੀ ਚੱਲਦੀ ਹੈ। ਅਕਾਲੀ ਦਲ ਨੇ 24 ਤਰੀਕ ਨੂੰ ਆਪਣੇ ਸੀਨੀਅਰ ਲੀਡਰਾਂ ਦੀ ਮੀਟਿੰਗ ਬੁਲਾਈ ਹੈ। ਹੁਣ ਉਹ ਮੀਟਿੰਗਾਂ ਦੇ ਵਿੱਚ, ਕਿਉਂਕਿ ਅਕਾਲੀ ਦਲ ਆਪਣਾ ਢਾਂਚਾ ਭੰਗ ਕਰੀ ਬੈਠਾ, ਹਜੇ ਤੱਕ ਉਹਦਾ ਹੀ ਸੰਗਠਨ ਨਹੀਂ ਬਣਿਆ। ਪਹਿਲਾਂ ਉਹਨੂੰ ਸੰਗਠਨ ਬਣਾਉਣਾ ਸੀ 30 ਨਵੰਬਰ ਤੱਕ। ਤੁਸੀਂ ਕੋਈ ਸੰਗਠਨ ਬਣਾ ਲਓਗੇ, ਹੇਠਲੇ ਲੈਵਲ ਤੱਕ ਵਰਕਰ ਹੋਣਗੇ। ਪਹਿਲਾਂ ਜਿਹੜੀ ਤੁਹਾਡੀ ਜ਼ਮੀਨ ਖੁੱਸ ਗਈ ਹੈ, ਸਾਖ ਖਰਾਬ ਹੋਈ ਹੈ, ਉਹ ਚਾਹੇ ਬਾਈਬਲ ਕਲਾਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬਾਕੀ ਸਾਰੀਆਂ ਗੱਲਾਂ ਨੇ, ਨਸ਼ੇ ਵਾਲੀਆਂ ਗੱਲਾਂ ਨੇ, ਰਾਮ ਰਹੀਮ ਤੇ ਮਾਫੀ ਵਾਲੀਆਂ ਗੱਲਾਂ ਨੇ, ਜਿੰਨੀਆਂ ਵੀ ਉਹਦੇ ਨਾਲ ਜੁੜੀਆਂ ਹੋਈਆਂ ਨੇ, ਉਹਦਾ ਪਛਤਾਪ ਕਰੇ ਬਿਨਾਂ ਤੁਹਾਡਾ ਜਿਹੜੇ ਜੜ ਕਿਵੇਂ ਲੱਗੇ। ਔਰ ਉਹ ਜੜਾਂ ਦੇ ਸਵਾਲ ਦੇ ਨਾਲ ਲਾ ਕੇ ਫਿਰ ਜਥੇਬੰਦਕ ਢਾਂਚਾ ਹੁੰਦਾ, ਫਿਰ ਕੋਈ ਮੋਰਚਾ ਲੱਗਦਾ, ਤਾਂ ਜਾ ਕੇ ਤੁਸੀਂ ਇੱਕ ਵਾਰੇ ਅਕਾਲੀ ਕਿਸੇ ਸੀਨੀਅਰ ਲੀਡਰ ਨੇ ਸੁਣਾਈ ਮੈਨੂੰ ਗੱਲ। ਉਹ ਕਹਿੰਦੇ ਵੀ ਉਹਨਾਂ ਨੇ ਕਹਿਤਾ ਵੱਡਾ ਇਕੱਠ ਕਰਨਾ ਸੀ ਕੋਈ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਨਾ ਸਾਰਿਆਂ ਨੂੰ, ਸੁਖਬੀਰ ਸਿੰਘ ਉਹਨਾਂ ਦੇ ਹੱਥ 'ਚ ਕਮਾਨ ਉਦੋਂ ਆ ਗਈ ਸੀ, ਸ਼ੁਰੂ ਦੇ ਦੌਰ ਦੀ ਗੱਲ ਹੈ। ਉਹ ਕਹਿੰਦੇ ਕਾਕਾ ਅਗਲੇ ਦਿਨ ਮੀਟਿੰਗ 'ਚ ਵੀ ਕਰਤੇ ਸਾਰਿਆਂ ਨੂੰ ਸੁਨੇਹੇ? ਉਹ ਕਹਿੰਦੇ ਹੋ ਗਏ ਜੀ। ਕਹਿੰਦਾ ਸੁਨੇਹਾ ਟੈਲੀਫੋਨ ਰਾਹੀਂ ਦਿੱਤਾ ਜਾਂ ਜਾ ਜਾ ਕੇ ਲੋਕਾਂ ਨਾਲ ਗੱਲ ਕੀਤੀ ਹੈ? ਕਹਿੰਦੇ ਜੀ ਪ੍ਰਧਾਨਾਂ ਨੂੰ ਕਹਿੰਦਾ ਟੈਲੀਫੋਨ ਰਾਹੀਂ ਹੁਕਮ ਕਰਤਾ। ਕਹਿੰਦੇ ਐ ਤੁਹਾਡੇ ਨਾਲ ਜੇਲ੍ਹ 'ਚ ਨਹੀਂ ਕੋਈ ਜਾਂਦਾ, ਗੁਰਦੁਆਰੇ ਬੁਲਾਈਦਾ, ਸੈਂਕੜੇ ਬੰਦੇ ਬੈਠੇ ਹੋਣ, ਉੱਥੇ ਤੁਹਾਡੇ ਕਰਕੇ ਨਹੀਂ ਆਉਂਦੇ। ਤੁਸੀਂ ਇਹ ਕਹਿਣਾ ਵੀ ਗੁਰੂ ਸਾਹਿਬ ਦੀ ਇੱਛਾ ਹੈ ਤੇ ਇਸ ਤਰੀਕੇ ਦੇ ਨਾਲ ਬੰਦਿਆਂ ਨੂੰ ਕਹਿਣਾ ਤੇ ਤਾਂ ਜਾ ਕੇ ਜਾਂਦੇ ਨੇ। ਔਰ ਅਕਾਲੀ ਦਲ ਦੀ ਹਿਸਟਰੀ ਵੀ ਇਸੇ ਕਰਕੇ ਹੈ, ਉਹ ਦਰਬਾਰ ਸਾਹਿਬ ਤੋਂ ਤੋੜਦੇ ਰਹੇ ਬੰਦੇ ਜਾ ਕੇ, ਤੇ ਉਹ ਤਾਂ ਕਿ ਉਹ ਇਸ ਕਰਕੇ ਲੋਕ ਜਾਂਦੇ ਸੀ, ਸਾਡੀ ਆਸਥਾ ਹੈ, ਅਸੀਂ ਲੜਦੇ ਹਾਂ, ਸਾਡੀ ਹਿਸਟਰੀ ਹੈ, ਸਾਡਾ ਇਤਿਹਾਸ ਹੈ, ਉਹਦੇ ਕਰਕੇ ਅਸੀਂ ਕਰਦੇ ਹਾਂ। ਹੁਣ ਦਾ ਅਕਾਲੀ ਦਲ ਕੋਲ ਉਹ ਮੁਹਾਵਰਾ ਵੀ ਨਹੀਂ ਬਚਿਆ ਉਸ ਲੈਵਲ, ਉਹ ਬਿਹੇਵੀਅਰ ਜਿਹੜਾ ਹੁੰਦਾ ਇੱਕ ਕਿ ਜਿਹਦੇ ਨਾਲ ਲੋਕ ਜੁੜੇ ਹੁੰਦੇ ਨੇ ਦਿਲੋਂ, ਜਿੱਥੋਂ ਕਹਿੰਦੇ ਨੇ ਦਿਲ ਦੀ ਘੰਟੀ ਖੜਕਦੀ ਹੈ,
ਉਹ ਵੀ ਕਿਤੇ ਉਸ ਪੱਧਰ ਦੇ ਉੱਤੇ ਦਿਖਾਈ ਨਹੀਂ ਦਿੰਦਾ। ਇਸ ਕਰਕੇ ਪੰਜਾਬ 'ਚ ਖਲਾ ਹੈ ਪੋਲੀਟੀਕਲੀ ਇੱਕ ਪੱਧਰ ਦਾ। ਜਿਸ ਵਾਰ ਵੀ ਡਾਕਟਰ ਹਮੀਰ ਸਿੰਘ ਭਾਜੀ ਹੋਰੀ ਕਹਿੰਦੇ ਨੇ ਕਿ ਇਹਦੇ ਲਈ ਖੇਤਰੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ, ਪਰ ਰਾਸ਼ਟਰੀ ਧਿਰਾਂ ਦਾ ਪਹਿਲਾਂ ਹੀ ਰਾਸ਼ਟਰੀ ਪਾਰਟੀਆਂ ਦੀ ਝੋਲੀ 'ਚ ਬੈਠੀਆਂ ਨੇ ਪੰਜਾਬ ਦੇ ਨੁਮਾਇੰਦੇ ਵੀ, ਪਰ ਜਿਹੜੀ ਖੇਤਰੀ ਪਾਰਟੀ ਸੀ ਵੀ ਸਾਡੇ ਕੋਲ ਉਹ ਵੀ ਦਿੱਲੀ ਦੀ ਝੋਲੀ 'ਚ ਬੈਠੀ ਹੈ। ਫਿਰ ਲੜੂ ਕੌਣ? ਕੀ ਹੁਣ ਮਤਲਬ ਕਿ ਜਿਹੜੇ ਜੱਥੇ ਪਹਿਲਾਂ ਕਹਿੰਦੇ ਦਰਬਾਰ ਸਾਹਿਬ ਤੋਂ ਤੁਰਦੇ ਸੀ, ਉਹਨੂੰ ਲੰਬੀ ਦੇ ਜੇ ਹਵੇਲੀ 'ਚੋਂ ਨਿਕਲਣਗੇ ਤਾਂ ਕਿੰਨਾ ਕੁ ਅਸਰ ਰੱਖਣਗੇ? ਕੀ ਤੁਹਾਨੂੰ ਕੋਈ ਆਰਜ਼ੀ ਕਰਨ ਦਿਖਦੀ ਹੈ? ਫਿਰ ਲੜਾਈ ਕਿਵੇਂ ਲੜੀ ਜਾਏਗੀ ਇਸ ਮਸਲੇ ਦੀ? ਦੇਖੋ, ਜੇ ਲੜਾਈ ਲੜੀ ਜਾਏਗੀ ਤਾਂ ਖੇਤਰੀ ਪਾਰਟੀ ਬਣ ਜਾਏਗੀ ਜਾਂ ਉਹ ਲੜਾਈ ਦੇ ਪ੍ਰੋਸੈਸ 'ਚ ਬਣ ਜਾਏਗੀ, ਉਹਦੇ ਬਗੈਰ ਲੜਾਈ ਲੜੀ ਨਹੀਂ ਜਾ ਸਕਦੀ। ਤੇ ਇਹ ਕਲੀਅਰ ਹੈ, ਜਿਹੜੇ ਸੁਖਬੀਰ ਸਿੰਘ ਬਾਦਲ ਵਰਗੇ CEO ਬਣੇ ਸੀ, ਇਹ ਕਿਸੇ ਵੇਲੇ ਓਪਨ ਕਹਿੰਦੇ ਹੁੰਦੇ ਸੀ ਮੈਂ ਪਾਰਟੀ ਦਾ CEO ਹਾਂ ਜਾਂ ਸਾਰੇ ਸਿਸਟਮ 'ਚ, ਇਹ CEO ਲੈਵਲ ਦੇ ਨੇ ਤਾਂ ਬਿਲਕੁਲ ਹੀ ਉਹ ਜਿਹੜੀ ਨਵਾਂ ਮੁਹਾਵਰਾ ਆ ਉਹਦੇ ਨਾਲ ਬਿਲਕੁਲ ਤੋੜਦਾ ਰਹਿੰਦਾ ਹੁੰਦਾ ਸਾਰਾ ਕੁਝ। ਬਾਕੀ ਉਹਨਾਂ ਨੇ ਤਾਂ ਦੇਖੋ, ਅਕਾਲੀ ਦਲ ਦੀ ਸਮੱਸਿਆ ਇਹ ਹੋਈ, ਇਹ ਸਾਰਾ ਇਹਨਾਂ ਨੇ ਸਾਰੇ ਇੱਕ ਤਰ੍ਹਾਂ ਦੇ ਬਿਜ਼ਨਸਮੈਨ ਸੀ ਜਿਹੜੇ ਅੱਗੇ ਲਿਆਂਦੇ, ਆਪ ਵੀ ਬਿਜ਼ਨਸਮੈਨ ਬਣ ਗਿਆ ਵੱਡਾ, ਤੇ ਦੂਜੇ ਵੀ ਸਾਰੇ ਬਿਜ਼ਨਸਮੈਨ ਇਕੱਠੇ ਹੋ ਗਏ, ਪਾਰਟੀ ਵਾਲੀ ਕੋਈ ਗੱਲ ਰਹਿਣ ਨਾ ਦਿੱਤੀ। ਇਸੇ ਕਰਕੇ ਉਹ ਜਿਹੜੇ ਛੋਟੇ ਛੋਟੇ ਗੈਂਗ ਟਾਈਪ ਗਰੁੱਪ ਸੀ ਉਹ ਇਕੱਠੇ ਕਰ ਲਏ ਸਾਰੇ, ਤੇ ਹੋਰ ਜਿਹੜਾ ਖਾਸ ਕਰਕੇ ਧਰਤੀ ਨਾਲ ਜੁੜਿਆ ਕੋਈ ਬੰਦਾ ਸੀ ਸਾਰਾ, ਉਸ ਕੇਡਰ ਦੀ ਤਾਂ ਇਹਨਾਂ ਨੇ ਧਿਆਨ ਹੀ ਨਹੀਂ ਰੱਖਿਆ, ਉਸ ਵਰਕਰ ਨੂੰ ਨਹੀਂ ਲਿਆਂਦਾ, ਉਹ ਜਥੇਦਾਰ ਨੂੰ ਨਹੀਂ ਲਿਆਂਦਾ। ਇਸ ਕਰਕੇ ਰੀਜਨਲ ਤਾਂ ਪਾਰਟੀ ਇਹਨਾਂ ਨੇ ਸਿਸਟੇਮੈਟਿਕਲੀ ਤੋੜੀ ਹੈ। ਉਦੋਂ ਤੋਂ ਲਿਆ ਕੇ ਪੰਜਾਬੀ ਪਾਰਟੀ ਬਣਾਈ, ਪੰਜਾਬੀ ਪਾਰਟੀ ਤੋਂ ਪਿੱਛੋਂ ਤੋੜੀ। ਕਿ ਪੰਜਾਬੀ ਪਾਰਟੀ ਬਣਾਉਣ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਸਵਾਲ ਹੈ ਵੀ ਤੁਸੀਂ ਕਰਦੇ ਕੀ ਹੋ, ਏਮ ਕੀ ਹੈ ਤੁਹਾਡਾ? ਤੁਸੀਂ ਜੇ ਪੰਜਾਬੀ ਪਾਰਟੀ ਬਣਾਈ ਤਾਂ ਦਿੱਲੀ ਨੂੰ ਖੁਸ਼ ਕਰ ਲਈ, ਉਹ ਸਰੈਂਡਰ ਦੇ ਵਿੱਚੋਂ ਹੀ ਨਿਕਲੀ। ਪੰਥਕ ਦੇ ਨਹੀਂ ਤਾਂ ਇਲੈਕਸ਼ਨ ਲੜ ਰਿਹਾ ਸੀ, ਇਲੈਕਸ਼ਨ ਲਈ ਕੋਈ ਅਕਾਲੀ ਦਲ ਦੀ ਕੋਈ ਸਮੱਸਿਆ ਨਹੀਂ ਸੀ ਆ ਰਹੀ ਇਲੈਕਸ਼ਨ ਕਮਿਸ਼ਨ ਦੇ ਵਿੱਚ। ਤੁਸੀਂ ਜਾਣ ਕੇ ਪੰਜਾਬੀ ਪਾਰਟੀ ਬਣਾਈ, ਪੈਸੇ ਬਿਜ਼ਨਸ ਵਾਲੇ ਬੰਦੇ ਲੈਣੇ ਸੀ, ਹੋਰ ਕੋਈ ਉਦੋਂ ਵੱਡੇ ਵੱਡੇ ਜਿਹੜੇ ਸ਼ਰਾਬ ਦੇ ਠੇਕੇਦਾਰ ਲਏ ਸਾਰਾ। ਇਸ ਕਰਕੇ ਇਹ ਪਾਰਟੀ ਬਣ ਸਕੂ ਜਾਂ ਇਸ ਲੀਡਰਸ਼ਿਪ ਕਰਕੇ ਤਾਂ ਬੜਾ ਸ਼ੱਕੀ ਹੈ ਸਾਰੀ ਗੱਲ, ਅਸੀਂ ਕਹਿ ਨਹੀਂ ਸਕਦੇ। ਸਵਾਲ ਹੈ ਵੀ ਜੇ ਲੜਾਈ ਲੜੀ ਜਾਊ, ਉਹ ਸਾਰੇ ਪ੍ਰੋਸੈਸ ਦੇ ਵਿੱਚੋਂ ਚਾਹੀਦਾ, ਇੱਥੇ ਤਾਕਤ ਹੈਗੀ, ਲਗਾਤਾਰ ਲੋਕ ਲੜ ਰਹੇ ਆ, ਕਿਸਾਨ ਮੋਰਚਿਆਂ 'ਚ ਲੜ ਰਹੇ ਆ, ਕਿਸਾਨੀ ਦੇ ਫਰੰਟ ਤੇ ਲੜ ਰਹੇ ਆ, ਉਹ ਵੀ ਪੋਲਿਟਿਕਸ 'ਚ ਲੜ ਰਹੇ ਆ। ਇਹ ਐਵੇਂ ਕਹਿ ਰਿਹਾ ਵੀ ਇਹ ਪੋਲੀਟੀਕਲ ਸਾਡਾ ਜਿਹੜੀ ਕਿਸਾਨੀ ਦਾ ਵੀ ਏਜੰਡਾ ਪੋਲੀਟੀਕਲ ਹੈ, ਉਹਦੇ ਵਿੱਚ ਇਹ ਪੋਲਿਟਿਕਸ ਹੈ। ਇਹ ਪੋਲਿਟਿਕਸ ਕਿਉਂ ਨਹੀਂ ਲੈਂਦੇ? ਉਹ ਲੈਣੀ ਚਾਹੀਦੀ ਹੈ ਸਾਰੀ। ਇਹ ਵੀ ਗਲਤ ਆਪਣੇ ਆਪ 'ਚ ਹੋ ਰਿਹਾ, ਪਰ ਨਿਕਲੂਗੀ ਪੋਲਿਟਿਕਸ ਇਹਦੇ ਵਿੱਚੋਂ। ਤੇ ਜ਼ਰੂਰੀ ਨਹੀਂ ਵੀ ਉਹ ਜਿਹੜੇ ਕਹਿ ਰਹੇ ਆ ਵੀ ਅਸੀਂ ਤਾਂ ਅਸਰ ਨਾਨ ਪੋਲੀਟੀਕਲ ਹੈ, ਕਈ ਕਿਸਾਨ ਲੀਡਰ ਕਹਿ ਰਹੇ ਆ, ਬਿਲਕੁਲ ਗਲਤ ਹੈ ਇਹ ਆਪਣੇ ਆਪ 'ਚ ਬਿਆਨ। ਸਾਰੀ ਪੋਲਿਟਿਕਸ ਦੀ ਲੜਾਈ ਹੈ, ਕੋਈ ਚੀਜ਼ ਪੋਲਿਟਿਕਸ ਤੋਂ ਬਾਹਰ ਨਹੀਂ ਹੈ। ਤੇ ਇਸ ਕਰਕੇ ਪੋਲਿਟਿਕਸ ਦੀ ਲੜਾਈ ਹੈ, ਰੀਜਨਲ ਲੈਵਲ ਤੇ ਲੜਨਾ ਪਊਗਾ। ਇਹਦਾ ਹੁਣ ਸਿੱਧੀ ਟੱਕਰ ਹੈ। ਇਹਨਾਂ ਨੂੰ ਚਾਹੀਦਾ ਇਹ ਹੈ, ਜਿਵੇਂ ਪੁਰਾਣੇ ਪਹਿਲਾਂ ਬਣਦਾ ਰਿਹਾ ਜਨਤਾ ਪਾਰਟੀ ਜਾਂ ਉਸ ਤੋਂ ਪਹਿਲਾਂ ਸੀ, ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ ਦਾ ਆਪਣਾ ਕਨਕਲੇਵ ਬਣੇ, ਆਪਣੀ ਕੋਈ ਸੰਗਠਨ ਬਣੇ, ਆਪਸ ਵਿੱਚ ਦੀ ਮੋੜ, ਉਹਦਾ ਵੱਡਾ ਪ੍ਰੈਸ਼ਰ ਬਣੂਗਾ। ਜਿੰਨਾ ਚਿਰ ਉਹ ਨਹੀਂ ਕਰਦੇ, ਇਹ ਇਕੱਲੇ ਬੈਠੇ ਆਈਸੋਲੇਸ਼ਨ 'ਚ ਇਹ ਵੀ ਨਹੀਂ ਲੜ ਸਕਣਗੇ ਤੇ ਨਾ ਪਾਰਟੀ ਉੱਭਰ ਸਕੂਗੀ। ਅਮੀਰ ਭਾਜੀ, ਮੈਂ ਇਹ ਤੋਂ ਪਹਿਲਾਂ ਕਿ ਪੰਜਾਬ ਹੱਕ ਕਿਵੇਂ ਛੱਡ ਰਿਹਾ ਉਸ ਸਵਾਲ ਤੇ ਆਵਾਂ, ਮੈਂ ਛੋਟੀ ਜਿਹੀ ਟਿੱਪਣੀ ਹੋਰ ਕਰਨਾ ਚਾਹੁੰਦਾ। ਜਿਵੇਂ ਇਹਨਾਂ ਨੇ ਕਿਹਾ ਕਿ ਸਿੱਧੀ ਲੜਾਈ ਲੜਨੀ ਪੈਣੀ ਹੈ, ਸਵਾਲ ਇਹ ਕਿ ਬੀਜੇਪੀ ਦੇ ਲੀਡਰ ਹੁਣ ਤੱਕ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਉਲਟ ਸਟੈਂਡ ਲੈਂਦੇ ਰਹੇ, ਤਿੰਨ ਖੇਤੀਬਾੜੀ ਮਾਮਲੇ ਤੇ ਉਲਟ ਸਟੈਂਡ ਲੈਂਦੇ ਰਹੇ। ਇਹੋ ਜਿਹੇ ਸਵਾਲਾਂ ਦੇ ਪੰਜਾਬ ਦੇ ਹੱਕੀ ਸਵਾਲਾਂ ਦੇ ਪੰਜਾਬ ਦੀ ਵਿਧਾਨ ਸਭਾ 'ਚੋਂ ਵਾਕਆਊਟ ਕਰ ਜਾਂਦੇ ਸੀ, ਚਾਹੇ ਇੱਕ ਮੈਂਬਰ ਚਾਹੇ ਦੋ ਮੈਂਬਰ। ਪਰ ਪਹਿਲੀ ਵਾਰ ਹੈ ਕਿ ਕੱਲ ਜਾਖੜ ਵੀ ਬੋਲੇ, ਜਾਂ ਜਾਖੜ ਇਹ ਮੰਨ ਲਈਏ ਕਿ ਤਾਜੇ ਭਾਜਪਾ ਹੀ ਬਣੇ ਦੇ ਜੋ ਰੰਗ ਨਹੀਂ ਚੜਿਆ, ਪਰ ਅਸ਼ਵਨੀ ਸ਼ਰਮਾ ਵੀ ਕੱਲ ਬੋਲੇ ਕਿ ਨਹੀਂ ਜੀ ਚੰਡੀਗੜ੍ਹ ਸਾਡਾ ਹੀ, ਅਸੀਂ ਨਹੀਂ ਜਾਣ ਦਿਆਂਗੇ, ਉਹ ਵੱਖਰੀ ਬਣਾ ਲਵੇ। ਕੀ ਇਹਦੇ ਪਿੱਛੇ ਬੀਜੇਪੀ ਦੀ ਕੋਈ ਮਨਸ਼ਾ ਕੰਮ ਕਰਦੀ ਹੈ? ਉਹਨਾਂ ਨੇ ਕਹੇ ਤੇ ਬੋਲ ਰਹੇ ਨੇ ਕਿ ਪੰਜਾਬ ਨੂੰ ਖੁਸ਼ ਕਰਨ ਦੀ ਤਿਆਰੀ ਦੇ ਵਿੱਚ ਹੈ ਭਾਜਪਾ, ਕਿ ਲਓ ਜੀ ਅਸੀਂ ਦੇ ਦੇਣਾ ਚੰਡੀਗੜ੍ਹ, ਇਹ ਉਹਦਾ ਮਾਹੌਲ ਤਿਆਰ ਕੀਤਾ ਜਾ ਰਿਹਾ, ਜਾਂ ਖੋ ਕੇ ਹਰਿਆਣੇ ਨੂੰ ਦੇਣਾ ਪਰ ਬੀਜੇਪੀ ਵਾਲੇ ਲੀਡਰਾਂ ਨੂੰ ਵੀ ਪੰਜਾਬ ਦੇ ਪੈਰ ਰੱਖਣ ਜੋਗੀ ਥਾਂ ਬਣਾਉਣੀ ਹੈ, ਉਹ ਹੈ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਚਾਲ ਵੀ ਨਜ਼ਰ ਆਉਂਦੀ ਬੀਜੇਪੀ? ਵੈਸੇ ਤਾਂ ਅੱਜ ਇਸ ਸਮੇਂ ਮਾਹੌਲ ਸਭ ਤੋਂ ਸਾਜ਼ਗਰ ਹੈ ਜੇਕਰ ਬੀਜੇਪੀ ਦੇਣਾ ਚਾਹੇ, ਜੇਕਰ ਕਿਉਂਕਿ ਉੱਪਰ ਰਾਜਨੀਤਿਕ ਲਾਲਸਾਰੀ ਉਹ ਦਵੇ ਚਾਹੇ। ਹਾਂ, ਨਹੀਂ ਉੱਪਰ ਮਤਲਬ ਨਰਿੰਦਰ ਮੋਦੀ ਨੂੰ ਕੋਈ ਚੈਲੰਜ ਅੰਦਰੋਂ ਨਹੀਂ ਹੈ ਨਾ। ਅਜੇ ਇਸ ਲੈਵਲ ਦਾ ਹਰਿਆਣਾ ਵੀ ਸਾਰੇ ਲਾਈਨ 'ਚ ਲੱਗੇ ਨੇ, ਕੱਟਰੋ ਨਹੀਂ ਸਾਰੇ, ਕਿਸੇ 'ਚ ਕੋਈ ਐਡਾ ਦਮ ਨਹੀਂ ਕਿ ਉਸ ਲੈਵਲ ਤੇ। ਔਰ ਨਾਲ ਨਾਲ ਨਰਿੰਦਰ ਮੋਦੀ ਹੋਣੀ ਇਹ ਪੇਸ਼ਕਾਰੀ ਵੀ ਕਰ ਰਹੇ ਨੇ ਆਪਣੇ ਆਪ ਨੂੰ ਕਿ ਮੈਂ ਤਾਂ ਸਿੱਖਾਂ ਦਾ ਬਹੁਤ ਕਦਰਦਾਨ ਹਾਂ। ਬਾਰ-ਬਾਰ ਬੁਲਾ ਕੇ ਆ ਕਿੰਨੇ ਬੰਦੇ ਲੈ ਵੀ ਲਏ ਨੇ, ਚਾਹੇ ਕਰਪਸ਼ਨ ਦੇ ਮਾਮਲੇ 'ਚ, ਚਾਹੇ ਸਭ ਤੇ ਬਹੁਤ ਬੰਦੇ ਇਹੋ ਜਿਹੇ ਵੀ ਨੇ ਜਿਨ੍ਹਾਂ ਤੇ ਐਲੀਗੇਸ਼ਨ ਵੀ ਨੇ, ਇਲਜ਼ਾਮ ਸਾਰੇ ਕਈ ਬਚਣ ਦੇ ਰਸਤੇ 'ਚ ਵੀ ਜਾ ਰਹੇ ਨੇ, ਕੁਰਸੀਆਂ ਸੜੇ ਚਲੀ ਗਈ, ਸਾਰੇ ਚਲੇ ਜਾਂਦੇ ਨੇ, ਉਹ ਇੱਕ ਅਲੱਗ ਗੱਲ ਹੈ। ਪਰ ਉਹਨਾਂ ਨੂੰ ਪੱਗਾਂ ਵਾਲੇ ਬੰਦੇ ਵੀ ਪੰਜਾਬ 'ਚ ਜੇ ਬੀਜੇਪੀ ਦਾ ਇੱਕ ਅਲਟਰਨੇਟਿਵ ਉਸ ਲੈਵਲ ਤੇ ਕਰਨਾ, ਔਰ ਅਜੇ ਤੱਕ ਪੰਜਾਬ ਦੇ ਵਿੱਚ ਜਿਹੜੀ ਅਪਰੋਚ ਦੇ ਲੈਵਲ ਤੇ ਹੈ ਬੀਜੇਪੀ ਜਾਂ RSS ਦੀ, ਉਹਦੇ ਨਾਲ ਸਹਿਮਤੀ ਲੋਕਾਂ ਦੀ ਬਣਨਾ ਬੜਾ ਮੁਸ਼ਕਲ ਕੰਮ ਹੈ। ਔਰ ਜੇਕਰ ਇਹੋ ਜਿਹੇ ਪ੍ਰੈਕਟੀਕਲ ਕੰਮ ਕੁਛ ਹੋਣਗੇ ਤਾਂ ਸ਼ਾਇਦ ਲੋਕ ਹੋਰ ਤਰੀਕੇ ਦੇ ਨਾਲ ਥੋੜਾ ਬਹੁਤ ਸੋਚਣਾ ਸ਼ੁਰੂ ਕਰਨ
ਕਿ ਹਾਂਜੀ ਚੰਡੀਗੜ੍ਹ ਦੇਤਾ ਆਹ ਦੇਤਾ ਕੁਝ ਫੈਸਲੇ ਇਸ ਲੈਵਲ ਤੇ ਕਰਤੇ, ਪਰ ਮੈਨੂੰ ਲੱਗਦਾ ਨਹੀਂ ਕਿ ਇਸ ਲੈਵਲ ਦੇ, ਕਿਉਂਕਿ ਉਹਦੀ ਫਿਲਾਸਫੀ ਵਿਚਾਰਧਾਰਾ ਤੇ ਪ੍ਰੈਕਟਿਸ ਦੇ ਵਿੱਚ ਕੰਟਰਾਡਿਕਸ਼ਨ ਹੋਏਗੀ, ਉਹ ਲੱਗਦੀ ਨਹੀਂ ਉਧਰ ਨੂੰ ਜਾਵੇ ਇਸ ਪੱਧਰ ਦੇ ਉੱਤੇ। ਤੁਸੀਂ ਨਹੀਂ, ਇਹ ਬਿਆਨਬਾਜ਼ੀ ਤੱਕ ਹੈ, ਜਿੱਦਣ ਫੈਸਲਾ ਹੋ ਜਾਏਗਾ ਉਦੋਂ ਉਹਦੇ ਪੱਖ 'ਚ ਬੋਲਦੇ ਦੇਖਦੇ, ਮਤਲਬ ਅਜੇ ਤਾਂ ਕੋਈ ਫੈਸਲਾ ਨਹੀਂ ਹੈ, ਜੇ ਜਨਰਲ ਗੱਲ ਹੈ, ਜਨਰਲ ਗੱਲ ਤੇ ਕਹਿਣਾ ਕਿ ਸਾਡੀ ਇਹ ਰਾਏ ਜੀ, ਸਾਡੀ ਇਹ ਰਾਏ ਹੈ, ਇਹਦੇ ਤੇ ਕਿਹੜਾ ਪਾਰਟੀ ਡਿਸਪਲਿਨ ਲਾਉਂਦੀ ਹੈ। ਉਦੋਂ ਬਾਅਦ ਜਦੋਂ ਪਾਰਟੀ ਨੇ ਫੈਸਲਾ ਕਰਤਾ ਕਿ ਅਸੀਂ ਆਹ ਮੁੱਦੇ ਤੇ ਫੈਸਲਾ ਕਰਤਾ ਤੇ ਉਹ ਉਹਦੇ ਲਾਈਨ 'ਚ ਲੱਗੇ ਦਿਖਾ ਦਾਂਗੇ। ਅਮੀਰ ਭਾਜੀ, ਜਿੱਥੋਂ ਆਪਾਂ ਚਰਚਾ ਸ਼ੁਰੂ ਕੀਤੀ ਸੀ ਕਿ ਇਹ ਸਥਿਤੀ ਆਈ ਕਿਉਂਕਿ ਅੱਜ ਹਰਿਆਣਾ ਇੱਥੇ ਵੱਖਰੀ ਵਿਧਾਨ ਸਭਾ ਦੀ ਥਾਂ ਮੰਗਦਾ ਹੈ ਜਾਂ ਵੱਖਰਾ ਕਬਜ਼ਾ ਮੰਗਦਾ ਹੈ, ਉਹਦੇ ਲਈ ਪੰਜਾਬ ਕੀ ਜ਼ਿੰਮੇਵਾਰ ਹੈ, ਪੰਜਾਬ ਦੀਆਂ ਪਾਰਟੀਆਂ ਕਿੰਨੀ ਜ਼ਿੰਮੇਵਾਰ ਹੈ। ਅਸੀਂ ਚੰਡੀਗੜ੍ਹ ਜਿਵੇਂ ਹੱਕ ਛੱਡਿਆ, ਚਾਹੇ 60-40 ਰੇਸ਼ੋ ਦੇ ਵਿੱਚ ਅਸੀਂ ਸਾਡੇ ਲਈ ਮੰਗੇ ਜਾਂਦੇ ਨੇ ਉਹਦੇ ਅਸੀਂ ਦਿੰਦੇ ਨਹੀਂ, ਕਦੇ ਪੁਲਿਸ 'ਚ ਅਸੀਂ ਵੱਖ-ਵੱਖ ਅਹੁਦਿਆਂ 'ਚ ਅਸੀਂ, ਵਿਭਾਗਾਂ 'ਚ ਅਸੀਂ, ਬੱਸਾਂ 'ਚ ਅਸੀਂ ਨਹੀਂ ਹੈਗੇ ਹੁਣ ਉੱਥੇ। ਦੂਸਰੇ ਪਾਸੇ ਦਫ਼ਤਰ ਸਾਡੇ ਬਾਹਰ ਮੋਹਾਲੀ ਸ਼ਿਫਟ ਹੋ ਗਏ, ਐਮਐਲਏ ਦੇ ਹੋਸਟਲ ਅਸੀਂ ਫਲੈਟ ਅਸੀਂ ਨਵੇਂ ਬਣਾ ਲਏ, ਕਿ ਸ਼ਰਮਾ ਤੋਂ ਨਿਊ ਚੰਡੀਗੜ੍ਹ, ਅਸੀਂ ਨਿਊ ਚੰਡੀਗੜ੍ਹ ਉਸਾਰ ਲਿਆ। ਪੰਜਾਬ ਯੂਨੀਵਰਸਿਟੀ ਤੋਂ ਅਸੀਂ ਹੱਕ ਪਵਾ ਕੇ ਨਵੀਂ ਚੰਡੀਗੜ੍ਹ ਦੇ ਨਾਂ ਦਿੱਤੇ, ਬਾਅਦ ਯੂਨੀਵਰਸਿਟੀ ਖੁੱਲ੍ਹਣ ਦਿੱਤੀ। ਕੀ ਪੰਜਾਬ ਨੇ ਆਪਣੇ ਆਪ ਹੀ ਹੱਕ ਛੱਡਤਾ ਚੰਡੀਗੜ੍ਹ ਤੋਂ? ਕੀ ਇਹ ਵੀ ਇੱਕ ਸਾਡੀ ਨਲਾਇਕੀ ਰਹੀ ਕਿ ਅੱਜ ਹਰਿਆਣੇ ਦੇ ਕਦਮ ਇੱਥੇ ਤੱਕ ਵਧੇ? ਉਹਦੇ ਲਈ ਕੀ ਪੰਜਾਬ ਦੇ ਲੀਡਰਸ਼ਿਪ ਜ਼ਿੰਮੇਵਾਰ ਹੈਗੇ ਨੇ? ਨਹੀਂ, ਬਿਲਕੁਲ ਬੇਸਿਕਲੀ ਤਾਂ ਕੇਂਦਰ ਜ਼ਿੰਮੇਵਾਰ ਹੈ, ਜਿਹਦੇ ਕੋਲ ਤਾਕਤ ਸੀ, ਜਿਹਨੇ ਬਾਰ-ਬਾਰ, ਜਦੋਂ ਤਾਕਤਵਰ ਕੋਈ ਚੀਜ਼ ਹੁੰਦੀ ਹੈ, ਬਾਰ-ਬਾਰ ਲੜਾਈ ਕਿੰਨੀ ਲੜੀ ਜਾ ਸਕਦੀ ਹੈ, ਇੱਕ ਤਾਂ ਇਹ ਪਹਿਲੂ ਵੀ ਹੈ। ਪਰ ਸਾਡੀਆਂ ਪਾਰਟੀਆਂ ਦੀ ਵੀ ਸੱਤਾ ਦੀ ਲਾਲਸਾ ਬਬਲਿੰਗ ਵਾਲਾ ਕੰਮ ਹੈ ਨਾ, ਉਹਦੇ ਪਿੱਛੇ ਜ਼ਰੂਰ ਗੱਲ ਇਹ ਹੈ। ਜੇ ਅਸੀਂ ਦੋ ਪਾਰਟੀਆਂ ਦੀ ਐਸੇ ਪੋਲਿਟਿਕਸ ਦੀ ਗੱਲ ਕਰਦੇ ਹਾਂ, ਆਦਰਸ਼ਵਾਦੀ ਰਾਜਨੀਤੀ ਛੱਡ ਵੀ ਦਿਓ, ਜਿਹੜੀ ਪ੍ਰੈਗਮੈਟਿਕ ਸੋ ਕਾਲਡ ਜਿਹਨੂੰ ਆਪਾਂ ਪੋਲਿਟਿਕਸ ਕਹਿੰਦੇ ਆ, ਇਹੀ ਡਿਫਰੈਂਟ ਸੂਬਿਆਂ ਦਾ, ਤੁਸੀਂ ਪੱਛਮੀ ਬੰਗਾਲ ਦਾ ਮਾਮਲਾ ਲੈ ਲਓ, ਤਾਮਿਲਨਾਡੂ ਦਾ ਮਾਮਲਾ ਲੈ ਲਓ, ਤੇਲੰਗਾਨਾ ਦਾ ਮਾਮਲਾ ਲੈ ਲਓ, ਜਿਸ ਤਰੀਕੇ ਨਾਲ ਆਪਣੇ ਸੂਬਿਆਂ ਲਈ ਉਹਨਾਂ ਨੇ ਲੜਿਆ। ਜਿਵੇਂ ਨੀਟ ਦਾ ਸਵਾਲ ਹੈ ਕਿ ਪੀਐਮਟੀ ਜਿਹੜੀ ਹੈ ਜੀ ਉਹ ਨੈਸ਼ਨਲ ਲੈਵਲ ਦੀ ਹੋਏਗੀ, ਔਰ ਤਾਮਿਲਨਾਡੂ ਦੀ ਅਸੈਂਬਲੀ ਨੇ ਜਾ ਕੇ ਆਪਣਾ ਬਿੱਲ ਬਣਾਤਾ ਕਿ ਅਸੀਂ ਨਹੀਂ, ਸਾਡੇ ਬੱਚੇ ਪਿੱਛੇ ਰਹਿ ਜਾਂਦੇ ਨੇ, ਦਿੱਲੀ ਜਾਂ ਨਾਰਥ ਇੰਡੀਆ ਅੱਗੇ ਲੰਘ ਜਾਂਦਾ, ਸਾਡੇ ਕੋਲ ਤਾਂ ਉਸ ਲੈਵਲ ਦੀ ਗੱਲ ਨਹੀਂ, ਅਸੀਂ ਆਪਣਾ ਫੈਸਲਾ ਆਪ ਕਰਿਆ ਕਰਾਂਗੇ ਉਸ ਲੈਵਲ ਤੇ। ਜਿਵੇਂ ਗਵਰਨਰ ਦੇ ਮਾਮਲੇ 'ਚ ਉਹਨਾਂ ਨੇ ਬਿੱਲ ਲਿਆ ਕੇ ਇਹ ਕਿਹਾ, ਮਤਲਬ ਵੀ ਅਸੀਂ ਵਾਈਸ ਚਾਂਸਲਰ ਦੇ ਮਾਮਲੇ ਉਸ ਲੈਵਲ ਤੇ ਕਰਾਂਗੇ, ਵਾਈਸ ਚਾਂਸਲਰ ਉਹ ਨਹੀਂ ਹੋਏਗਾ। ਐਵੇਂ ਮਮਤਾ ਬੈਨਰਜੀ ਨੇ ਕੀਤੇ, ਇਸੇ ਤਰੀਕੇ ਨਾਲ ਕਈ ਫੈਸਲੇ ਜਿਹੜੇ ਤੇਲੰਗਾਨਾ ਵਾਲਿਆਂ ਨੇ ਕੀਤੇ ਆਪਣੇ ਪੱਧਰ ਦੇ ਉੱਤੇ, ਤੇ ਇਸੇ ਤਰੀਕੇ ਨਾਲ 161 ਦੇ ਆਰਟੀਕਲ 161 ਸੰਵਿਧਾਨ ਦਾ ਲਾਗੂ ਕਰਦੇ ਹੋਏ ਰਾਜੀਵ ਗਾਂਧੀ ਦਾ ਕਤਲ ਕਰਨ ਵਾਲਿਆਂ ਨੂੰ ਜਿਹੜੀ ਰਿਲੀਫ ਦੇਣੀ ਸੀ ਉਹਨਾਂ ਨੇ, ਇਹ ਤਾਮਿਲਨਾਡੂ ਦੀ ਅੰਨਾ ਡੀਐਮਕੇ ਦੀ ਸਰਕਾਰ ਜੈਲਲਤਾ ਨੇ ਪਾਸ ਕੀਤਾ ਸੀ ਉਸ ਸਮੇਂ ਦੇ ਵਿੱਚ। ਸਾਡੀ ਸਰਕਾਰ ਕੋਲ ਕਿਸੇ ਕੋਲ ਹਿੰਮਤ ਸੀ ਇਹ? ਉਹਨੇ ਕਿਉਂ ਲਾਗੂ ਨਹੀਂ ਕੀਤਾ? ਇਹ ਤਾਂ ਉਹਦਾ ਉਹਨਾਂ ਦਾ ਹੱਕ ਤਾਂ ਅਜੇ ਸੰਵਿਧਾਨ ਨੇ ਉਹਨੂੰ ਵੀ ਦਿੱਤਾ ਹੋਇਆ, ਉਹ ਕਿਉਂ ਨਹੀਂ ਪਾਇਆ? ਅਸੀਂ ਛੱਡਦੇ ਰਹੇ। ਅੱਜ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਜਿਹੜੇ ਪੰਜਾਬ ਦੇ ਦਾਇਰੇ 'ਚ ਕੇਸਾਂ ਦੇ ਵਿੱਚ ਭੁਗਤ ਰਹੇ ਨੇ, ਉਹਨਾਂ ਤੇ ਤਾਂ 161, ਉੱਥੇ ਤਾਂ 161 ਦੇ ਮੁਤਾਬਕ ਤੁਸੀਂ ਆਪਣਾ ਫੈਸਲਾ, ਔਰ ਉਹੀ ਫੈਸਲਾ ਸੁਪਰੀਮ ਕੋਰਟ ਦਾ ਤੁਹਾਡੇ ਤੇ ਲਾਗੂ ਹੁੰਦਾ। ਐ ਥੋੜੀ ਆ ਵੀ ਦੋ ਕਾਨੂੰਨ ਤੁਸੀਂ ਉਹ ਕਰੋਗੇ। ਹੁਣ ਤੁਸੀਂ ਇਹ ਕਹਿ ਰਹੇ ਹੋ, ਉਹੀ ਲੀਡਰ, ਕਿ ਦੋ ਕਾਨੂੰਨ ਨੇ ਜੀ, ਇੱਕ ਤਾਮਿਲਨਾਡੂ ਲਈ, ਇੱਕ ਸਾਡੇ ਲਈ। ਦੋ ਕਾਨੂੰਨ ਨਹੀਂ, ਉਹਨਾਂ ਨੇ ਕਾਨੂੰਨ ਦੀ ਘੱਡੀ ਫੜ ਕੇ ਆਪਣੇ ਹੱਕ 'ਚ ਭੁਗਤਾ ਲਿਆ ਤਾਮਿਲਨਾਡੂ ਨੇ, ਤੁਸੀਂ ਕਾਨੂੰਨ ਨੂੰ ਹੱਥ ਨਹੀਂ ਪਾਇਆ। ਤੁਸੀਂ ਡਰਦੇ ਹੋ ਵੀ ਸਾਨੂੰ ਕਿਤੇ ਦੇਸ਼ ਧਰੋਹੀ ਨਾ ਕਹਿ ਦਿੱਤਾ ਜਾਏ, ਸਾਨੂੰ ਕਿਤੇ ਆਹ ਨਾ ਕਹਿ ਦਿੱਤਾ ਜਾਏ। ਔਰ ਇੱਕ ਗੱਲ ਇਹ ਹੈਗੀ ਵੀ ਹੈ, ਇੱਕ ਪ੍ਰੈਕਟੀਕਲ ਗੱਲ ਵੀ ਹੈ। ਪ੍ਰੈਕਟੀਕਲ ਗੱਲ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਤੁਸੀਂ ਉਹ ਪਾਉਂਦੇ ਹੋ, ਤੁਸੀਂ ਅੱਤਵਾਦੀ ਵੱਖਵਾਦੀ ਗਰਦਾਨੇ ਜਾਂਦੇ, ਜਿਵੇਂ ਅਨੰਦਪੁਰ ਸਾਹਿਬ ਦੇ ਮਤੇ ਨਾਲ ਹੋਇਆ, ਜਿਵੇਂ ਬਾਕੀਆਂ ਨਾਲ ਹੋਇਆ। ਔਰ ਜਿਵੇਂ MK ਸਟਾਲਿਨ ਤਾਮਿਲਨਾਡੂ ਦਾ ਮੁੱਖ ਮੰਤਰੀ, ਉਹਨਾਂ ਨੂੰ ਪਰਿਵਾਰਨ ਜਿਹੜਾ ਪਹਿਲਾਂ ਛੱਡਿਆ ਸੀਗਾ ਬੰਦਾ, ਉਹਦੇ ਘਰ ਜਾ ਕੇ ਜੱਫੀ ਪਾਈ, ਹਾਰ ਪਾਏ, ਤੇ ਅੱਜ ਕਿਸੇ ਖਾੜਕੂ ਨੂੰ ਚਾਹੇ ਜੇਲ੍ਹ ਚੋਂ ਰਿਹਾ ਹੋ ਕੇ ਆਇਆ, ਪੰਜਾਬ ਦਾ ਚੀਫ ਮਿਨਿਸਟਰ ਹਾਰ ਪਾ ਕੇ ਦਿਖਾਏ, ਜੇ ਜਦੇ ਰੌਲਾ ਨਾ ਪੈ ਜੇ, ਇਹ ਗਰਮ ਖਿਆਲੀ ਹੋ ਗਏ, ਇਹ ਫਲਾਨਾ ਹੋ ਗਿਆ, ਜੇ ਇਹ ਵਰਤਾਂਤ ਵੀ ਪੰਜਾਬ ਦੇ ਖਿਲਾਫ ਥੋੜਾ ਜਿਹਾ ਸਪੈਸੀਫਿਕ ਵੀ ਮਤਲਬ ਸਿਰਜਿਆ ਜਾਂਦਾ ਹੈ ਬੜੇ ਵਾਰ ਟਿਚ ਕਰਕੇ। ਪਰ ਫਿਰ ਵੀ ਲੀਡਰਸ਼ਿਪ ਉਹ ਹੁੰਦੀ ਹੈ ਜਿਹੜੀ ਟੋਟਲ ਵਰਤਾਂਤ ਦੇ ਬਾਵਜੂਦ ਆਪਣੀ ਗੱਲ ਤੇ ਖੜ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਔਰ ਉਹਨੂੰ ਉਸ ਕਾਨੂੰਨੀ ਪਹਿਲੂ 'ਚ ਤਾਂ ਘੱਟੋ ਘੱਟ ਕਾਨੂੰਨੀ ਦਾਇਰੇ 'ਚ ਰੱਖ ਕੇ ਤਾਂ ਬਣਾਵੇ ਨਾ। ਔਰ ਇਹ ਨਹੀਂ ਕੀਤਾ ਸਾਡੀਆਂ ਪਾਰਟੀਆਂ ਨੇ। ਬਾਕੀ ਪਾਰਟੀਆਂ ਤੋਂ ਮੈਨੂੰ ਨਹੀਂ ਲੱਗਦਾ ਉਮੀਦ ਸੀ ਇਹ 161 ਦੀ। ਇਹ ਉਮੀਦ ਅਕਾਲੀ ਦਲ ਵਾਲੀ ਪਾਰਟੀ ਧਿਰ ਤੋਂ ਹੀ ਸੀਗੀ, ਜਿਹੜੀ ਬੰਦੀ ਸਿੰਘਾਂ ਵਾਲੀ ਜਾਂ ਬਾਕੀ ਸੀ, ਕਿਉਂਕਿ ਦੂਜਿਆਂ ਨੇ ਤਾਂ ਉਹ ਵੀ ਨਹੀਂ ਨਿੱਤਰੀ। ਹਾਂ, ਕਿਉਂਕਿ ਕਾਂਗਰਸ ਦੇ ਮਾਮਲੇ 'ਚ ਨਹੀਂ ਕਿਹਾ ਜਾ ਸਕਦਾ, ਉਹ ਸਾਰੇ ਮਾਮਲੇ ਜਿਹੜੇ ਘਟਨਾਵਾਂ ਵਾਪਰੀਆਂ ਸਾਡੇ ਸਾਹਮਣੇ ਸੀ। ਔਰ ਬਾਕੀਆਂ ਦੇ ਆਪ ਤਾਂ ਹੁਣ ਕਹੀ ਇਹ ਰਹੀ ਹੈ ਕਿ ਵਿਚਾਰਧਾਰਾ ਦੀ ਪੋਲਿਟਿਕਸ ਦਾ ਦੌਰ ਖਤਮ ਹੋ ਗਿਆ, ਆਪਾਂ ਤਾਂ ਪ੍ਰੈਗਮੈਟਿਕ ਆ, ਆਪਾਂ ਤਾਂ 1000 ਰੁਪਇਆ ਦੇਾਂਗੇ ਜਾਂ 200 ਰੁਪਇਆ ਦੇਾਂਗੇ, 300 ਜੁੱਟ ਫਰੀ ਦੇਾਂਗੇ। ਇਦੋਂ ਬਿਨਾਂ ਜਿਹੜੇ ਮਾਮਲੇ ਉਲਝੇ ਪਏ ਨੇ ਵੱਡੇ, ਇਹਦੇ ਤੇ ਕੋਈ ਫੈਸਲਾ ਨਹੀਂ ਲਵਾਂਗੇ, ਸਟੈਂਡ ਨਹੀਂ ਕਰਾਂਗੇ। ਇਹ ਜਿਹੜੇ ਮਾਮਲੇ ਨੇ ਇਹ ਬੜੇ ਵੱਡੇ ਉਸ ਲੈਵਲ ਦੀ। ਮੈਂ ਸਿਰਫ ਇੱਕ ਲਾਈਨ ਦੀ ਟਿੱਪਣੀ ਚਾਹਣਾ ਜਸਪਾਲ ਜੀ, ਤੁਹਾਡੇ ਤੋਂ ਜਾਣਨਾ ਚਾਹਣਾ ਕਿ ਇਹ ਕੀ ਹੁਣ ਸਿਰਫ ਲੋਕਾਂ ਦੀ ਫਿਕਰ ਦਾ ਹੀ ਮੁੱਦਾ ਰਹੂਗਾ,
ਜਾਂ ਸੱਚਮੁੱਚ ਧਰਾਤਲ ਤੇ ਮੁੱਦਾ ਬਣਨ ਦੀ ਆਸ ਹੈ ਇਸ ਮਸਲੇ ਦੀ? ਵੇਖੋ ਧਰਾਤਲ ਤੇ ਬਣਨ ਦੀ ਆਸ ਹੈ, ਪਰ ਇੱਕ ਗੱਲ ਜ਼ਰੂਰ ਮੈਂ ਕਹੂੰਗਾ ਵੀ ਇਹ ਪ੍ਰੋਬਲਮ ਜਿਹੜੀ ਹਰਮੀਤ ਸਿੰਘ ਹੋਰਾਂ ਨੇ ਕਿਹਾ ਤਾਮਿਲਨਾਡੂ ਵਿੱਚ ਵੀ ਸੀਗੀ, ਉੱਥੇ ਮਿਲੀਟੈਂਟ ਤੇ ਐਕਸਟ੍ਰੀਮਿਸਟ ਪੋਲਿਟਿਕਸ ਨਾਲ ਖੜੀ ਆ। ਫਿਰ ਵੀ ਜਿਹੜੇ ਦੂਜੇ ਉਹਨਾਂ ਤੇ ਦੂਜਿਆਂ ਤੇ ਦੋਸ਼ ਨਹੀਂ ਲੱਗੇ, ਡੀਐਮਕੇ ਤੇ ਅਕਾਲੀ ਦਲ ਤੇ ਕੋਈ ਦੋਸ਼ ਨਹੀਂ ਸੀ ਲੱਗਣਾ ਜੇ ਰੀਜਨਲ ਮਸਲੇ ਚੱਕਦੇ ਰਹਿੰਦੇ, ਤੇ ਕੋਈ ਇਹਨਾਂ ਨੂੰ ਖਾਲਿਸਤਾਨ ਨਾਲ ਨਹੀਂ ਸੀ ਜੋੜਦਾ। ਤੇ ਇਸ ਕਰਕੇ ਇਹ ਤਾਂ ਸਰੈਂਡਰ ਕਰਕੇ ਹੀ ਆ ਸਾਰਾ। ਜੇ ਤੁਸੀਂ ਡਾਇਰੈਕਸ਼ਨ ਹੀ ਉਧਰੋਂ ਲੈਣ ਲੱਗ ਜਾਓ ਜਾਂ ਤੁਹਾਡੀ ਨੀਅਤ ਮਾੜੀ ਹੋਵੇ, ਨੀਅਤ ਹੀ ਇਹਨਾਂ ਦੀ ਹੈ ਨਹੀਂ ਸੀਗੀ ਵੀ ਕੋਈ ਪੰਜਾਬ ਪ੍ਰਤੀ ਜੁੜੇ ਹੋਏ ਹੋਣ। ਇਹਨਾਂ ਦੇ ਪੰਜਾਬ ਦੇ ਇੰਟਰਸਟ ਇਹਨਾਂ ਨੇ ਐਂ ਲੱਗਦਾ ਸੀ ਛੱਡਤੇ ਆ ਸਾਰਾ ਕੁਝ ਤੇ ਬਿਜ਼ਨਸ ਲੈਵਲ ਤੇ। ਇਸ ਕਰਕੇ ਹੁਣ ਜਦੋਂ ਸਾਰਾ ਕੁਝ ਹੋਊਗਾ ਕਿਸੇ ਵੇਲੇ, ਬਿਲਕੁਲ ਖਤਮ ਨਹੀਂ ਹੁੰਦਾ। ਇਹ ਰੀਜਨਲ ਲੈਵਲ ਦੀ ਪੋਲਿਟਿਕਸ ਖੜੀ ਕਰਨੀ ਪਊ ਪੰਜਾਬ ਦੇ ਵਿੱਚ, ਤੇ ਇਹ ਸਾਰੇ ਪ੍ਰੋਸੈਸ 'ਚ ਲੜਾਈ 'ਚੋਂ ਹੀ ਨਿਕਲੇਗੀ। ਖੇਤਰੀ ਪਾਰਟੀਆਂ ਨੂੰ ਖੜੇ ਹੋਣਾ ਪੈਣਾ, ਸੂਬੇ ਦੇ ਲੋਕਾਂ ਨੂੰ ਖੜੇ ਹੋਣਾ ਪੈਣਾ। ਵੀ ਭਾਜੀ ਮੈਂ ਇੱਕ ਲਾਈਨ ਤੋਂ ਵੀ ਟਿੱਪਣੀ ਜਾਣਨਾ ਚਾਹੁੰਦਾ ਕਿ ਤੁਸੀਂ ਕਹਿੰਦੇ ਕਿ ਜੇ ਹੁਣ ਮੋਦੀ ਉਹ ਫੈਸਲਾ ਲੈ ਲਵੇ ਕਿ ਪੰਜਾਬ ਨੂੰ ਦੇਣਾ ਤਾਂ ਹਰਿਆਣਾ ਬੋਲ ਨਹੀਂ ਸਕਦਾ, ਤੇ ਜੇ ਉਹ ਹਰਿਆਣੇ ਨੂੰ ਦੇਣ ਦਾ ਫੈਸਲਾ ਲੈ ਲਵੇ ਕੀ ਹੁਣ ਵਾਲੇ ਬੋਲ ਲੈਣਗੇ ਪੰਜਾਬ ਦੇ? ਤੁਹਾਨੂੰ ਲੱਗਦਾ ਕਿ ਇਹਨਾਂ ਹਿੰਮਤ ਹੈ ਬੋਲਣ ਦੀ? ਪੰਜਾਬ ਦਾ ਲੀਡਰ ਨਹੀਂ ਬੋਲੇਗਾ, ਪੰਜਾਬ ਦੀ ਹਿਸਟਰੀ ਹੈ। ਲੀਡਰ 3500 ਵਾਰ ਆਏ ਤੇ 3500 ਵਾਰ ਗਏ। ਲੋਕ ਬੋਲਣਗੇ ਨਾ। ਆ ਕਿਸਾਨ ਅੰਦੋਲਨ ਕਿਹਨੇ ਕੀਤਾ? ਕਿਹੜਾ ਲੀਡਰ ਨੇ ਕੀਤਾ? ਹਾਂ, ਲੋਕਾਂ ਨੇ ਜਿਹੜਾ ਸਾਰਾ, ਔਰ ਇਹਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਧਾਕ ਜਵਾਈ ਹੈ ਉਸ ਪੱਧਰ ਦੇ ਉੱਤੇ। ਇਸ ਕਰਕੇ ਐਡਾ ਬਲੰਡਰ ਮੇਰਾ ਖਿਆਲ ਹੈ ਕੋਈ ਨਹੀਂ ਕਰੇਗਾ ਕਿ ਪੰਜਾਬ ਦੇ ਪੰਜਾਬੀਆਂ ਨੂੰ ਜਾਂ ਉਸ ਪੱਧਰ ਤੇ ਆ ਕੇ ਇਸ ਹੱਦ ਤੱਕ ਧੱਕ ਦੋਗੇ ਤੁਸੀਂ ਜਿੱਥੇ ਉਹਨਾਂ ਕੋਲ ਕੋਈ ਚਾਰਾ ਹੀ ਨਾ ਰਹੇ ਮੁੜ ਕੇ ਅੰਦੋਲਨ ਛੇੜ ਦੋਗੇ। ਹਾਂ, ਅੰਦੋਲਨ ਵੀ ਫਿਰ ਕਿਹਾ ਜਾ ਹੋਏਗਾ। ਇਹ ਅੰਦੋਲਨ ਦਾ ਵੀ ਕੁਐਸਚਨ ਹੈ ਕੀ ਅੰਦੋਲਨ ਇੱਕ ਸਿਸਟਮੈਟਿਕ ਅੰਦੋਲਨ ਹੋਏਗਾ ਜਾਂ ਫਿਰ ਨਹੀਂ ਤਾਂ ਜੇ ਖਿਲਾਫ ਨਹੀਂ ਭਰਿਆ ਜਾਂਦਾ ਪੀਸਫੁਲ ਅੰਦੋਲਨ ਨਾਲ, ਜਿਵੇਂ ਕਿਸਾਨ ਅੰਦੋਲਨ ਨੇ ਇੱਕ ਖਿਲਾਫ ਭਰਿਆ ਸੀ ਇੱਕ ਜਮੇ, ਤਾਂ ਫਿਰ ਇਹ ਅਨਾਰਕੀ ਵੱਲ ਵੀ ਜਾ ਸਕਦੀ ਹੈ ਪੋਜੀਸ਼ਨ। ਐਸੀ ਕੋਈ ਗੱਲ ਨਹੀਂ। ਇਹ ਚਰਚਾ ਵੱਡਾ ਸਵਾਲ ਖੜਾ ਕਰ ਰਹੀ ਹੈ ਕਿ ਸਰਕਾਰਾਂ ਤਾਕਤ ਸੱਤਾ ਇਸ ਭੁਲੇਖੇ 'ਚ ਨਾ ਰਹੇ ਕਿ ਤੁਸੀਂ ਲੀਡਰਾਂ ਨੂੰ ਕੰਟਰੋਲ ਕਰ ਲਓਗੇ, ਪਾਰਟੀਆਂ ਨੂੰ ਕਰ ਲਓਗੇ, ਪਰ ਆਵਾਮ ਨੂੰ ਨਹੀਂ। ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ। ਇਸੇ ਲਈ ਅਸੀਂ ਚੰਡੀਗੜ੍ਹ ਦੇ ਮਸਲੇ ਤੇ ਵੱਡੀ ਚਰਚਾ ਲੈ ਕੇ ਹਾਜ਼ਰ ਸੀ। ਫਿਰ ਜੁੜੇ ਰਹਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਧੰਨਵਾਦ ਜੀ।